वाहिगुरु जी का खालसा वाहिगुरु जी की फतेह। सतगुरां दी पावन हजूरी विच बड़ी ही श्रद्धा दे नाल शाम के दीवाना विच आप जी जुड़ बैठे हो। आओ इस समय नूं सफला बनाइए। गुर इतिहास के पावन प्रसंगां दे विचों आप जी ने सरवण कीता सी। शिव राम जी दे वड्डे सपुत्र कल्याण चंद जी का विआह होया। घर दे विच पहली संतान की उत्पत्ति हुई। नाम नानकी रखे। कल्याण चंद जी के धर्म पत्नी तृप्ता जी साक्षात भगती की मूर्त हैं, जिन्हां दे ग्रह को परमात्मा निरंकार सरगुण रूप दे विच आप आउण लगे ने। राय भोई की तलवंडी का माहौल बड़ा सुहावना है। लोकां विच भाईचारक सांझ ते कल्याण चंद जी का मिलापड़ा सुभाव ते वरतारा बेदियां दी वंश नूं बड़िया महान बना रहा सी। इन्हां सारे प्रसंगां नूं बड़े विस्तार सहित आप जी ने सरवण कीता। आओ कुछ समा सुरत करके चलिए ननकाना साहिब की पावन धरती ते। प्रेम दी पाओ सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। जदप भूखन सकल उतारे तदप सुंदरता अदेख उयारी। भाई बाला जी गुरु अंगद देव पातशाह जी नूं ये पावन कथा सुना रहे। राय भोई की तलवंडी विखे कल्याण चंद जी जिन्हां दे घर दे विच परमेश्वर ने आप अवतार लेना है। गुरु नानक साहब जी दे माता माता तृप्ता जी जिन्हां ने अपने सारे गहने उतार दिते ने। कहते ज्यों ही गहने उतारे ने त्यों ही शोभा बड़ी महान है। चेहरे ते लाली है क्योंकि बंदगी अठे पैर दी है। परमात्मा दे प्यार विच भिजे हुए रहिंदे ने। कल्याण चंद उन्नी सादगी दे विच ने बेशक बहुत वड्डा रुतबा है उन्हां कोले। गुरु नानक साहब जी का ये वेड़ा घर की चार दीवारी जिस दे विच हर वेले महकां आउंदियां ने। प्यार लोग वंडदे फिरदे आ। मुहब्बत बड़ी है लोकां दे विच। जात पात दा छूत छात दा रोग हुण मिटदा जांदा ए। कालो 'ਤੇ ਬੈਸੇ ਜਿਸ ਅੰਦਰ
ਅਤ ਸੋਭਾ ਸੋ ਲੱਗੇ ਸੋ ਸੁੰਦਰ। ਹੁਣ ਕਲਿਆਣ ਚੰਦ ਜੀ ਦੇ ਧਰਮ ਪਤਨੀ ਤ੍ਰਿਪਤਾ ਜੀ ਇੱਕ ਕਮਰੇ ਵਿੱਚ ਬੈਠੇ ਰਹਿੰਦੇ ਆ, ਜੋ ਹਵਾਦਾਰ ਹੈ, ਬਹੁਤ ਵੱਡੀ, ਜਿਹਦੇ ਵਿੱਚ ਵਿੰਡੋ ਬਣੀ ਹੈ। ਦਾਸੀਆਂ ਸੇਵਕਾਂ ਉਹਨਾਂ ਦੀ ਸੇਵਾ ਵਿੱਚ ਜੁੜੀਆਂ ਰਹਿੰਦੀਆਂ ਨੇ। ਪਰ ਕਹਿੰਦੇ ਬੇਸ਼ੱਕ ਉਹ ਆਪ ਹੱਥੀਂ ਕੰਮ ਕਰਨਾ ਚਾਹੁੰਦੇ ਆ, ਪਰ ਵੈਦਾਂ ਹਕੀਮਾਂ ਦਾ ਹੁਕਮ ਸੀ ਤੁਸੀਂ ਕੋਈ ਕਾਰਜ ਨਹੀਂ ਕਰਨਾ। ਬੈਠੇ ਬੈਠੇ ਵੀ ਭਗਤੀ ਕਰਦੇ ਰਹਿੰਦੇ ਆ, ਰੱਬ ਦਾ ਨਾਮ ਜਪਦੇ ਆ, ਨਾਮ ਸੁਣਦੇ ਆ। ਕਲਿਆਣ ਚੰਦ ਬੜੇ ਖੁਸ਼ ਨੇ। ਸੁਭਾਵਕ ਹੀ ਅੰਦਰੋਂ ਕੋਈ ਨਾ ਕੋਈ ਖੁਸ਼ੀ ਆ ਰਹੀ ਹੈ। ਇਹ ਨਹੀਂ ਪਤਾ ਕਿਸੇ ਨੂੰ ਕਿਸ ਗੱਲ ਦੀ ਖੁਸ਼ੀ ਹੈ। ਸੁਭਾਵਕ ਗੱਲ ਹੈ, ਪਰਿਵਾਰ ਨੂੰ ਖੁਸ਼ੀ ਹੁੰਦੀ ਹੈ ਧੀ ਪੁੱਤ ਦੇ ਜਨਮ ਦੀ। ਪਰ ਮਾਤਾ ਤ੍ਰਿਪਤਾ ਜੀ ਹੁਣ ਬਾਹਰ ਨਹੀਂ ਆਉਂਦੇ, ਅੰਦਰ ਬੈਠੇ ਰਹਿੰਦੇ ਆ। ਜਿਉਂ-ਜਿਉਂ ਪ੍ਰਸੂਤਾ ਦਾ ਸਮਾਂ ਨੇੜੇ ਆ ਰਿਹਾ, ਤਿਉਂ-ਤਿਉਂ ਸਾਦਗੀ ਵਿੱਚ ਜਾ ਰਹੇ ਆ। ਸਾਦਗੀ ਦੀ ਮੂਰਤ, ਮਿੱਠ ਬੋਲੜਾ, ਮਲਾਪੜਾ ਸੁਭਾਅ। ਕਦੇ ਕਿਸੇ ਨੂੰ ਛੋਟਾ ਨਹੀਂ ਜਾਣਿਆ, ਕਦੇ ਕਿਸੇ ਨੂੰ ਗਰੀਬ ਨਹੀਂ ਜਾਣਿਆ, ਕਿਉਂਕਿ ਰਾਏ ਭੋਏ ਦੀ ਤਲਵੰਡੀ ਵਿੱਚ ਵਸਣ ਵਾਲੇ ਨੇ ਕਲਿਆਣ ਚੰਦ, ਜੋ ਉਹ ਸਮੇਂ ਦੇ ਪਟਵਾਰੀ ਨੇ। ਸਮੇਂ ਦੇ ਪਟਵਾਰੀ ਤੇ ਅੱਜ ਮਾਨ ਨਹੀਂ। ਹੁਣ ਇਹਨਾਂ ਨੂੰ ਪਟਵਾਰਖਾਨਾ ਮਿਲਿਆ ਕਿਵੇਂ? ਗੁਰੂ ਨਾਨਕ ਸਾਹਿਬ ਜੀ ਦੇ ਪੜਦਾਦਾ ਜੀ ਦਾ ਨਾਮ ਹੈ ਰਾਮ ਨਾਰਾਇਣ, ਜੋ ਰਾਏ ਭੋਏ ਦੀ ਤਲਵੰਡੀ ਦੇ ਵਸਣ ਵਾਲੇ ਨਹੀਂ ਸਨ। ਜਿਨ੍ਹਾਂ ਦਾ ਪਿੰਡ ਤਹਿਸੀਲ ਸ਼ਕਰਪੁਰ ਉਹਨਾਂ ਸਮਿਆਂ ਦੇ ਵਿੱਚ, ਉਹਦੇ ਨੇੜੇ ਪਿੰਡ ਗੋਡੇ ਸੀ ਬੇਦੀਆਂ ਦਾ। ਗੋਡੇ ਪਿੰਡ ਤੋਂ ਚੱਲ ਕੇ ਆਏ ਨੇ ਕਿਹਦੇ ਨਾਲ? ਨਵਾਬ ਰਾਏ ਭੋਏ ਭੱਟੀ ਦੇ ਨਾਲ। ਇਹ ਕੌਣ ਹੈ? ਦੌਲਤ ਖਾਨ ਨਵਾਬ ਦੇ ਪਿਤਾ ਦਾ ਨਾਮ ਹੈ ਰਾਏ ਭੋਏ, ਜਿਨ੍ਹਾਂ ਦੇ ਕੋਲ ਉਹਨਾਂ ਸਮਿਆਂ ਦੇ ਵਿੱਚ 1500 ਮੁਰੱਬਾ ਜ਼ਮੀਨ ਸੀ। ਜਦ ਉਹਨਾਂ ਨੇ ਆ ਕੇ ਇੱਥੇ ਨਗਰ ਵਸਾਇਆ, ਨਾਮ ਰੱਖਿਆ ਰਾਏ ਭੋਏ ਦੀ ਤਲਵੰਡੀ। ਹੁਣ ਰਾਮ ਨਾਰਾਇਣ ਜੀ ਦੇ ਨਾਲ ਪਿਆਰ ਬੜਾ ਸੀ। ਅੱਗੇ ਉਹਨਾਂ ਦੇ ਪੁੱਤਰ ਸ਼ਿਵ ਰਾਮ, ਜੋ ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਜੀ ਨੇ, ਉਹ ਵੀ ਪਟਵਾਰਖਾਨੇ ਦਾ ਕੰਮ ਕਰਦੇ ਰਹੇ, ਕਿਉਂਕਿ ਵੱਡਿਆਂ ਦੀ ਸਾਂਝ ਭਰਾਵਾਂ ਵਰਗੀ ਹੈ। ਜੋ ਸਮੇਂ ਦੇ ਨਵਾਬ ਹਨ, ਇੱਥੋਂ ਦੇ ਰਾਜੇ ਨੇ, ਬੇਸ਼ੱਕ ਉਹ ਰਾਜਪੂਤ ਨੇ ਪਰ ਮੁਸਲਮਾਨ ਨੇ, ਪੱਟੀਆਂ ਦੀ ਵੰਸ਼ ਵਿੱਚੋਂ। ਹੁਣ ਪਿਆਰ ਇੰਨਾ ਜ਼ਿਆਦਾ ਸੀ, ਕਹਿੰਦੇ ਜਦ ਹੀ ਸ਼ਿਵ ਰਾਮ ਬਜ਼ੁਰਗ ਹੋਏ ਨੇ, ਉਧਰ ਦੂਜੇ ਪਾਸੇ ਰਾਏ ਭੋਏ ਦਾ ਪੁੱਤਰ ਗੱਦੀ ਤੇ ਬੈਠਾ ਰਾਏ ਬੁਲਾਰ, ਉਹਨੇ ਆਪਣੇ ਭਰਾ ਵਰਗਾ ਮਿੱਤਰ ਕਲਿਆਣ ਚੰਦ ਨੂੰ ਪਟਵਾਰਖਾਨੇ ਦਾ ਮਾਲਕ ਬਣਾ ਦਿੱਤਾ, ਗੁਰੂ ਨਾਨਕ ਸਾਹਿਬ ਦੇ ਪਿਤਾ। ਤੇ ਉਹ ਵੀ ਇਹਨਾਂ ਖੁਸ਼ੀਆਂ ਵਿੱਚ ਸ਼ਰੀਕ ਹੁੰਦੇ ਨੇ। ਪਰਿਵਾਰਾਂ ਵਾਲਾ ਕੰਮ ਕਾਜ ਹੈ। ਹੁਣ ਰਾਏ ਭੋਏ ਦੀ ਤਲਵੰਡੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਲੈਣ ਤੋਂ ਪਹਿਲਾਂ ਭਾਈ ਬਾਲਾ ਜੀ ਦੱਸਦੇ ਆ ਕਿ ਮਾਹੌਲ ਬੜਾ ਰੰਗ ਮਿਜਾਜ ਹੈ, ਲੋਕੀ ਬੜਾ ਪਿਆਰ ਵੰਡਦੇ ਆ, ਇੱਕ ਦੂਜੇ ਦੇ ਵੈਰ ਮਨ ਮੁਟਾਵ ਖਤਮ ਹੋ ਗਏ। ਹੁਣ ਸੰਦਹੀ ਕਰ ਜਿਨ ਕੋ ਕੋੜ ਬ੍ਰਹਮੰਡ ਸੋਭਦਾ ਜੋ। ਪਰ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ। ਵੱਡੇ ਵੱਡੇ ਵਿਦਵਾਨ ਅੰਦਾਜ਼ੇ ਲਾਉਂਦੇ ਆ ਵੀ ਸਾਡੇ ਨਗਰ ਨੂੰ ਕੀ ਹੋਇਆ, ਇੱਥੇ ਇਹਨਾਂ ਤੇ ਏਕਾ ਨਹੀਂ ਸੀ ਜਿੰਨਾ ਹੋਣ ਲੱਗ ਗਿਆ। ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਪ੍ਰਭਾਵ ਐਸਾ ਪੈ ਗਿਆ, ਬਨਸਪਤੀ ਤੋਂ ਲੈ ਕੇ ਮਨੁੱਖਾਂ ਤੱਕ ਹਰ ਕੋਈ ਪ੍ਰੇਮ ਦੀ ਬੋਲੀ ਬੋਲਦਾ। ਤੇ ਕਲਿਆਣ ਚੰਦ ਜੀ ਜਿਹੜੇ ਹਮੇਸ਼ਾ ਗੁਸੈਲ ਸੁਭਾਅ ਦੇ ਸਨ, ਸੁਭਾਵਿਕ ਗੱਲ ਹੈ, ਗੁੱਸਾ ਬੜਾ ਕਰਦੇ ਸੀ। ਕਹਿੰਦੇ ਉਹ ਬੜੇ ਮਲਾਪੜੇ ਸੁਭਾਅ ਦੇ ਹੋ ਗਏ, ਪਤਾ ਹੀ ਨਹੀਂ ਲੱਗਦਾ, ਸਾਰੀ ਸਾਰੀ ਰਾਤ ਸਾਰਾ ਦਿਨ ਨਹੀਂ ਸੌਂਦੇ, ਕੰਮ ਕਾਜ ਤੇ ਘੱਟ ਜਾਂਦੇ ਨੇ, ਘਰ ਵਿੱਚ ਹੀ ਰਹਿੰਦੇ ਨੇ। ਪਿਤਾ ਸ਼ਿਵ ਰਾਮ ਬੜੀ ਖੁਸ਼ੀ ਮਨਾਉਂਦੇ ਨੇ, ਪਰ ਕਿਤੇ ਨਾ ਕਿਤੇ ਅਹਿਸਾਸ ਹੁੰਦਾ ਹੈ ਪ੍ਰਮਾਤਮਾ ਸਾਡੇ ਘਰ ਆਉਣਗੇ। ਇਹ ਪਰਿਵਾਰ ਨੂੰ ਅਹਿਸਾਸ ਹੋਣ ਲੱਗ ਗਿਆ। ਤੇ ਮਾਤਾ ਤ੍ਰਿਪਤਾ ਜੀ ਉਹ ਜਾਣਦੇ ਸੀ ਮੇਰੇ ਘਰ ਕੀ ਨਹੀਂ ਆਉਣਾ। ਕੋਈ ਆਮ ਮਾਂ ਥੋੜੀ ਸੀ, ਉਹ ਕੋਈ ਸੰਸਾਰੀ ਥੋੜਾ ਸੀ ਵੀ ਪਤਾ ਨਹੀਂ ਹੈ। ਜਿਹੜੇ ਭਗਤੀ ਦੀ ਮੂਰਤ ਹਨ, ਜਿਨ੍ਹਾਂ ਨੇ ਪਰਮੇਸ਼ਰ ਨੂੰ ਅਵਤਾਰ ਦੇਣਾ ਹੈ, ਕਿਉਂਕਿ ਰੱਬ ਜੰਮਣ ਮਰਨ ਤੋਂ ਰਹਿਤ ਹੈ। ਪਰਮਾਤਮਾ ਨਿਰੰਕਾਰ ਦਾ ਸਰਗੁਣ ਸਰੂਪ ਹਨ ਗੁਰੂ ਨਾਨਕ ਸਾਹਿਬ ਮਹਾਰਾਜ। ਤੇ ਉਹ ਜਾਣ ਚੁੱਕੇ ਸੀ 4 ਮਹੀਨੇ ਪਹਿਲਾਂ ਸਾਡੇ ਵਿਹੜੇ ਕੌਣ ਆਏਗਾ। ਇਸ ਕਰਕੇ ਉਹਨਾਂ ਬੰਦਗੀ ਹੋਰ ਵਧਾਤੀ ਹੈ, ਭੋਜਨ ਘਟਾ ਦਿੱਤਾ ਹੈ।
ਅੱਠੇ ਪੈਰ ਚੌਂਕੜਾ ਲਾ ਕੇ ਰੱਬ ਦੀਆਂ ਰੰਗਾਂ ਵਿੱਚ ਰੰਗੇ ਰਹਿੰਦੇ ਨੇ। ਇਹ ਨਿਵਾਸ ਕੀਨੋ ਜਿਹ ਥਾਈ, ਕਿਉਂ ਨਾ ਹੋਏ ਤੇ ਸੋਭ ਸਵਾਈ। ਭਾਈ ਬਾਲਾ ਜੀ ਕਹਿੰਦੇ ਜਿਸ ਘਰ ਦੇ ਵਿੱਚ ਰੱਬ ਨੇ ਆਪ ਪ੍ਰਗਟ ਹੋਣਾ ਉੱਥੇ ਰੌਣਕਾਂ ਕਿਉਂ ਨਹੀਂ ਹੋਣਗੀਆਂ। ਦੇਵੀ ਦੇਵਤੇ ਸੂਖਸ਼ਮ ਰੂਪ ਵਿੱਚ ਆਉਂਦੇ ਆ, ਘਰ ਦੇ ਵਿੱਚ ਰੋਜ਼ ਚੰਦਨ ਦਾ ਛਿੜਕਾਅ ਕਰਕੇ ਜਾਂਦੇ ਆ, ਫੁੱਲਾਂ ਦੀ ਬਰਸਾਤ। ਪਰ ਪਰਿਵਾਰ ਕਿਤੇ ਨਾ ਕਿਤੇ ਇਹ ਗੱਲ ਸਮਝ ਨਹੀਂ ਪਾਉਂਦਾ। ਕਿਤੇ ਨਾ ਕਿਤੇ ਪਿਤਾ ਜੀ ਨੂੰ ਵੀ ਲੱਗਦਾ ਸੀ ਕੋਈ 24 ਅਵਤਾਰਾਂ ਦੇ ਵਿੱਚੋਂ ਅਵਤਾਰ ਆਏਗਾ, ਕਿਉਂਕਿ ਉਦੋਂ ਸਿੱਖ ਪੰਥ ਦਾ ਕੋਈ ਨਾਂ ਨਹੀਂ ਸੀ, ਸਿੱਖ ਕੌਮ ਦਾ ਕੋਈ ਵਜੂਦ ਨਹੀਂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਉਪਦੇਸ਼ ਜੇ ਦਿੱਤਾ ਤੇ ਗੋਪਾਲ ਪਾਤੇ ਨੂੰ ਦਿੱਤਾ। ਜਿੱਥੋਂ ਸਿੱਖੀ ਦੇ ਸਿਧਾਂਤ ਤੇ ਬਾਣੀ ਦੀ ਰਚਨਾ ਸਟਾਰਟ ਹੋਈ ਹੈ, ਅਵਤਾਰ ਤੋਂ ਪਹਿਲਾਂ ਤੇ ਸਨਾਤਨ ਮਤ ਸੀ, ਹਿੰਦੂ ਧਰਮ ਸੀ, ਤੇ ਸਾਰਾ ਪਰਿਵਾਰ ਹਿੰਦੂ ਧਰਮ ਨੂੰ ਫੋਲੋ ਕਰਦਾ ਸੀ। ਇਹੀ ਕਾਰਨ ਸੀ ਪਿਤਾ ਕਲਿਆਣ ਚੰਦ ਦਾ ਮਿੱਤਰ ਸੀ, ਸਮੇਂ ਦਾ ਪੰਡਤ, ਜੋ ਬੇਦੀਆਂ ਦਾ ਪੁਰੋਹਿਤ ਸੀ, ਬੜਾ ਵਿਦਵਾਨ ਸੀ, ਭਗਤੀ ਵਾਲੀ ਰੂਹ ਸੀ ਉਹ। ਕਹਿੰਦੇ ਅੱਜ ਸਾਰਾ ਪਰਿਵਾਰ ਇਹੀ ਸੋਚਦਾ ਹੈ ਸਾਡੇ ਘਰੇ ਕਿਸੇ ਅਵਤਾਰੀ ਪੁਰਸ਼ ਨੇ ਆਉਣਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ 24 ਅਵਤਾਰਾਂ ਚੋਂ ਅਵਤਾਰ ਨਹੀਂ, ਉਹ ਤੇ ਨਿਰੰਕਾਰ ਨੇ, ਆਪ ਪਰਮੇਸ਼ਰ ਹਨ। ਜਾਂ ਦਿਨ ਤੇ ਆਏ ਜਗ ਸੁਆਮੀ, ਭਏ ਸਲਪੁਰ ਮਿਹਜੇ ਬਾਮੀ। ਕਹਿੰਦੇ ਜਿਸ ਦਿਨ ਤੋਂ ਸੁਆਮੀ ਮਾਲਕ ਸਤਿਗੁਰ ਜੀ ਇਸ ਵਿਹੜੇ ਆ ਗਏ ਨਾ, ਜਨਮ ਤੋਂ ਪਹਿਲਾਂ, ਕਹਿੰਦੇ ਸਾਰਾ ਪਰਿਵਾਰ ਸਾਰਾ ਪਿੰਡ ਖੁਸ਼ੀ 'ਚ ਰਹਿੰਦਾ ਹੈ। ਸਮੇਂ ਦਾ ਜਿਹੜਾ ਨਵਾਬ ਸੀ ਰਾਏ ਬੁਲਾਰ ਨਾ, ਉਹਨੂੰ ਕਿਤੇ ਨਾ ਕਿਤੇ ਅਹਿਸਾਸ ਹੁੰਦਾ, ਉਹ ਆਪਣੇ ਮਿੱਤਰ ਕਲਿਆਣ ਚੰਦ ਨੂੰ ਬੁਲਾ ਕੇ ਕਹਿੰਦਾ ਮੈਨੂੰ ਲੱਗਦਾ ਤੇਰੇ ਘਰ ਕਿਤੇ ਪਰਮਾਤਮਾ ਤੇ ਨਹੀਂ ਆਉਣ ਲੱਗੇ। ਉਹ ਹੱਸ ਕੇ ਟਾਲ ਦਿਆ ਕਰਨ, ਕਹਿੰਦੇ ਨਹੀਂ ਰਾਏ ਬੁਲਾਰ, ਐਡੀ ਭਗਤੀ ਸਾਡੀ ਕਿੱਥੇ ਹੈ। ਹੁਣ ਰਾਏ ਬੁਲਾਰ ਨੂੰ ਅਹਿਸਾਸ ਕਿਉਂ ਹੁੰਦਾ ਹੈ? ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰੇਮੀ ਹੈ। ਸਭ ਤੋਂ ਪਹਿਲਾਂ ਤੇ ਮੁਸਲਮਾਨਾਂ 'ਚ ਉਹਨੇ ਪਛਾਣਨਾ ਵੀ ਰੱਬ ਹੈ, ਇੱਥੇ ਆਏ। ਇਸੇ ਕਰਕੇ ਰਾਏ ਬੁਲਾਰ ਰੋਜ਼ ਕਲਿਆਣ ਚੰਦ ਨੂੰ ਆਪਣੇ ਕੋਲ ਬਿਠਾ ਕੇ ਪਟਵਾਰਖਾਨੇ ਦੀਆਂ ਗੱਲਾਂ ਛੱਡ ਕੇ ਰੱਬ ਦੀਆਂ ਗੱਲਾਂ ਕਰਦੇ ਨੇ। ਸੋਚ ਸੰਤੋਖ ਧਰਮ ਸਤ ਕਰਨਾ, ਅਸ ਸੁਭ ਕਰਮਣ ਮਿਹੀ ਅਚਰਨਾ। ਤੇ ਕਦੇ ਕਦੇ ਰਾਏ ਬੁਲਾਰ ਨੇ ਕਹਿਣਾ ਮੈਨੂੰ ਸਮਝ ਨਹੀਂ ਆਉਂਦਾ ਸਾਡੇ ਪਿੰਡ ਦੇ ਲੋਕ ਇੰਨੇ ਚੰਗੇ ਕਦੋਂ ਤੋਂ ਬਣ ਗਏ, ਸਤ ਸੰਤੋਖ ਦਇਆ ਧਰਮ ਨਿਮਰਤਾ ਇਹ ਕਿਵੇਂ ਆ ਗਿਆ? ਇਹ ਚੀਜ਼ਾਂ ਤੇ ਸਿਖਾਏ ਤੋਂ ਨਹੀਂ ਆਉਂਦੀਆਂ। ਚੋਰੀ ਯਾਰੀ ਕਿਸੇ ਨੂੰ ਸਿਖਾਉਣੀ ਨਹੀਂ ਪੈਂਦੀ, ਹਰ ਬੰਦਾ ਪਰਫੈਕਟ ਹੈ। ਸੱਚ ਬੋਲਣਾ ਸਿਖਾਉਣਾ ਪੈਂਦਾ, ਨਹੀਂ ਬੋਲਿਆ। ਸੰਤੋਖ ਰੱਖਣ ਵਾਸਤੇ ਰੋਜ਼ ਗੁਰਦੁਆਰੇ ਆਉਣਾ ਪੈਂਦਾ, ਨਹੀਂ ਰੱਖਿਆ ਜਾਂਦਾ, ਲਾਲਚ ਫੇਰ ਜਾ ਪੈਂਦਾ। ਹੁਣ ਲੋਕਾਂ 'ਚ ਦਇਆ ਬੜੀ ਹੈ, ਧਰਮ ਬੜਾ ਹੈ। ਕਿਤੇ ਨਾ ਕਿਤੇ ਰਾਏ ਬੁਲਾਰ ਸੋਚਦਾ ਵੀ ਇੱਥੇ ਤੇ ਹੁਣ ਮੁਸਲਮਾਨਾਂ ਦਾ ਵਿਵਾਦ ਹੀ ਕੋਈ ਨਹੀਂ ਰਿਹਾ, ਕਿਉਂਕਿ ਇਹ ਮੁਸਲਮਾਨ ਨਵਾਬ ਹੈ। ਤੇ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਸੀ ਨਾ, ਉਹ ਔਰੰਗਜ਼ੇਬ ਤੋਂ ਘੱਟ ਨਹੀਂ ਸੀ, ਬਹਿਲੋਲ ਲੋਧੀ। ਅੱਗੇ ਉਹਦਾ ਪੁੱਤਰ ਸੀ ਸਿਕੰਦਰ ਲੋਧੀ, ਜਿਨ੍ਹਾਂ ਨੇ ਔਰੰਗਜ਼ੇਬ ਦੇ ਵਾਂਗ ਹਿੰਦੂਆਂ ਦੇ ਜਨੇਊ ਲਾ ਫੂਕਣੇ ਸ਼ੁਰੂ ਕਰ ਦਿੱਤੇ ਸੀ। ਉਸ ਵੇਲੇ ਸਤਿਗੁਰਾਂ ਦਾ ਅਵਤਾਰ ਹੋਣਾ। ਪਰ ਕਹਿੰਦੇ ਰਾਏ ਬੁਲਾਰ ਦੇ ਮਨ ਦੇ ਵਿੱਚ ਕਿਸੇ ਹਿੰਦੂ ਲਈ ਨਫ਼ਰਤ ਨਹੀਂ ਹੈ, ਕਿਸੇ ਮੁਸਲਮਾਨ ਲਈ ਉਚੇਚਾ ਪਿਆਰ ਨਹੀਂ। ਉਹ ਕਦੇ ਕਦਾਈ ਬਹਿ ਕੇ ਵਿਦਵਾਨਾਂ ਨਾਲ ਗੱਲਾਂ ਕਰਦਾ ਹੈ ਵੀ ਲੱਗਦਾ ਵੈਰ ਵਿਰੋਧ ਹੀ ਮੁੱਕ ਗਿਆ, ਜੋ ਅਸਲ ਇਨਸਾਨੀਅਤ ਦਾ ਫਰਜ਼ ਸੀ ਲੋਕ ਨਿਭਾਉਣ ਲੱਗੇ। ਤੇ ਕਲਿਆਣ ਚੰਦ ਨੇ ਵੀ ਹੱਸ ਕੇ ਕਦੇ ਕਦੇ ਕਹਿਣਾ, ਕਹਿੰਦੇ ਮੈਨੂੰ ਆਪ ਲੱਗਦਾ ਵੀ ਲੋਕ ਭੋਲੇ ਭਾਲੇ ਹੋ ਗਏ, ਜ਼ਮਾਨਾ ਬਦਲ ਗਿਆ ਜਾਂ ਅਸੀਂ ਬਦਲ ਗਏ। ਇਹ ਆਮ ਗੱਲਾਂ ਕਰਦੇ ਨੇ। ਈਤ ਸੰਗੰਧਤ ਮਨ ਸਮੀਰਾ, ਚਲੇ ਜੋ ਹਰ ਕੀ ਸਭ ਬਿਦ ਪੀਰਾ। ਹੁਣ 3 ਮਹੀਨਿਆਂ ਦਾ ਸਮਾਂ ਰਹਿ ਗਿਆ, ਸਰਦੀ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਗਈ, ਠੰਡੀਆਂ ਹਵਾਵਾਂ ਚੱਲਦੀਆਂ, ਸੁਗੰਧੀ ਵਾਲੀ ਖੁਸ਼ਬੂ ਆਉਂਦੀ ਹੈ। ਕਹਿੰਦੇ ਲੋਕ ਸਮਝ ਨਹੀਂ ਪਾਉਂਦੇ। ਕੋਈ ਕਹਿੰਦਾ ਫੁੱਲਾਂ ਦੀਆਂ ਕਿਆਰੀਆਂ ਬਾਹਰ ਲੱਗੀਆਂ ਨੇ ਬਗੀਚੇ ਪਿੰਡ ਦੇ ਆਸੇ-ਪਾਸੇ, ਉੱਥੋਂ ਖੁਸ਼ਬੂ ਆਉਂਦੀ ਹੈ। ਹਰ ਬੰਦਾ ਥੋੜਾ ਜਾਣ ਸਕਦਾ ਸੀ, ਕਿਉਂਕਿ ਦੇਵੀ ਦੇਵਤੇ ਅਤਰ ਮਹਿਕਾਉਂਦੇ ਨੇ। ਨੇਤਾ ਪ੍ਰਤ 3-3 ਵੇਲੇ ਆ ਕੇ ਉਹ ਇਸ ਥਾਂ ਤੇ ਸੁਗੰਧੀਆਂ ਛਿੜਕਦੇ ਨੇ। ਕਹਿੰਦੇ ਇਹਨਾਂ ਸੁਗੰਧੀਆਂ ਨੇ ਸਾਰਾ ਨਗਰ ਅਲਾਗਾ ਮਹਿਕਾਇਆ ਹੋਇਆ ਏ। ਬਾਦਰ ਆਵਹਿ ਭਰ ਭਰ ਬਾਰੀ, ਬਰਖੇ ਹੈ ਨ ਇੱਛਾ ਅਨੁਸਾਰੀ। ਬੱਦਲ ਆਉਂਦੇ ਨੇ ਪਾਣੀਆਂ ਦੇ ਭਰ ਭਰ ਕੇ, ਕਹਿੰਦੇ ਰੱਜ ਰੱਜ ਕੇ ਵਰਸਦੇ, ਜਿਵੇਂ ਮਾਨੋ ਰਾਏ ਭੋਏ ਦੀ ਤਲਵੰਡੀ ਨੂੰ ਆਪਣੇ ਸੁਆਮੀ ਮਾਲਕ ਦੇ ਆਉਣ ਤੋਂ ਪਹਿਲਾਂ ਧੋ ਰਹੇ ਆ।
ਵੀ ਮੇਰੇ ਸੱਜਣ ਸਤਿਗੁਰ ਪਿਆਰੇ ਨੇ ਆਉਣਾ ਹੈ, ਉਹਨਾਂ ਦੇ ਆਉਣ ਤੋਂ ਪਹਿਲਾਂ ਸਨਮਾਨ ਆ ਵੀ ਨਗਰ ਦੀ ਸਫਾਈ ਕਰਦੀ। ਕਹਿੰਦੇ ਜਿੱਦ ਜਿੱਦ ਕੇ ਬੱਦਲ ਆਉਂਦੇ ਆ, ਬਿਜਲੀਆਂ ਲਸ਼ਕਦੀਆਂ, ਠੰਡੀਆਂ ਹਵਾਵਾਂ ਚੱਲਦੀਆਂ ਨੇ, ਕਾਲੀਆਂ ਘਟਾਵਾਂ ਚੜ੍ਹਦੀਆਂ ਤੇ ਮੋਰ ਬੋਲਦੇ ਆ, ਬਬੀਹੇ ਬੋਲਦੇ ਆ। ਲੋਕੀ ਹੈਰਾਨ ਨੇ ਵੀ ਇਹਨਾਂ ਮਹੀਨਿਆਂ 'ਚ ਬਾਰਿਸ਼ਾਂ ਨਹੀਂ ਹੁੰਦੀਆਂ, ਕਿਉਂ ਹੋ ਰਹੀਆਂ ਨੇ? ਬੱਦਲ ਪਾਣੀ ਦੇ ਭਰਦੇ ਆ, ਨੇੜੇ ਤੇੜੇ ਆ ਕੇ ਵਰਸ਼ਾ ਕਰ ਜਾਂਦੇ ਆ, ਅੱਗੇ ਨਾਲੋਂ ਮੌਸਮ ਬਦਲਦਾ ਜਾਂਦਾ ਹੈ, ਅਚਰਜਤਾ ਹੋ ਰਹੀ ਹੈ। ਕਿਸੇ ਵਿਦਵਾਨ ਨੂੰ ਭੂਗੋਲਿਕ ਸਥਿਤੀ ਦੀ ਸਮਝ ਨਹੀਂ ਆਉਂਦੀ ਵੀ ਜੋ ਕੁਝ ਹੁਣ ਹੋ ਰਿਹਾ ਹੈ ਪਹਿਲਾਂ ਕਦੇ ਸੁਣਿਆ ਵੇਖਿਆ ਨਹੀਂ। ਫੁੱਲ ਹੈ ਫਲ ਹੈ ਬਿਰਖਾ ਸਮਦਾਈ, ਜਨ ਆਨੰਦਤ ਬਾਹਰ ਆਈ। ਧਰਤੀ ਤੇ ਮਾਨੋ ਆਨੰਦ ਛਾਇਆ ਹੋਇਆ ਹੈ, ਰੁੱਖ ਹਰੇ ਭਰੇ ਫਲਦਾਰ ਹੋ ਕੇ, ਜਿਨ੍ਹਾਂ ਰੁੱਖਾਂ ਨੂੰ ਕਦੇ ਫਲ ਨਹੀਂ ਸੀ ਲੱਗਿਆ ਉਹ ਵੀ ਭਰ ਗਏ। ਇਹ ਕੀ ਹੈ? ਇਹ ਓਰਾ ਗੁਰੂ ਨਾਨਕ ਸਾਹਿਬ। ਤੁਸੀਂ ਜਿਸ ਥਾਂ ਤੇ ਬੈਠੋਗੇ ਨਾ, ਤੁਹਾਡੇ ਸੁਭਾਅ ਦਾ ਪ੍ਰਭਾਵ ਉਸ ਥਾਂ ਤੇ ਰਹਿਣਾ ਹੀ ਰਹਿਣਾ, ਅਫੈਕਟ ਵੀ ਰਹੇਗਾ। ਹੁਣ ਸਾਡੇ ਘਰ 'ਚ ਜਿਹੋ ਜਿਹੇ ਬੰਦੇ ਆ, ਉਹਨਾਂ ਦਾ ਪ੍ਰਭਾਵ ਉਸ ਘਰ 'ਚ ਰਹਿਣਾ। ਜੇ ਕੋਈ ਬਾਹਰੋਂ ਬੰਦਾ ਆਇਆ, ਉਹਨੇ ਚੰਗੇ ਭਲੇ ਨੂੰ ਦੁਖੀ ਹੋ ਜਾਣਾ। ਜਿਸ ਘਰ ਵਿੱਚ ਹਾਸਾ ਹੈ, ਪਿਆਰ ਹੈ, ਦੁਖੀ ਬੰਦਾ ਕੇ ਦੁੱਖ ਭੁੱਲ ਜਾਂਦਾ ਹੈ। ਹਰ ਬੰਦੇ ਦਾ ਆਪਣਾ ਅਫੈਕਟ ਹੈ। ਬੰਦਗੀ ਕਰਨ ਵਾਲਿਆਂ ਕੋਲ ਬੈਠੋਗੇ, ਰੱਬ ਰੱਬ ਚੇਤੇ ਆਊਗਾ, ਤੇ ਨਾਸਤਕ ਬੰਦੇ ਕੋਲ ਬੈਠੋਗੇ ਨਾ, ਸ਼ਰਾਬੀ ਕਬਾਬੀ ਕੋਲ, ਉਹ ਨਾ ਵੀ ਪੀਂਦਾ ਹੋਵੇ ਬੰਦਾ, ਫਿਰ ਵੀ ਕਹਿੰਦਾ ਚਿੱਤ ਕਰਦਾ ਪਲਾਈ ਦੇ ਦੋ। ਕਿਉਂ? ਉਹਦਾ ਪ੍ਰਭਾਵ ਹੈ। ਗੁਰੂ ਨਾਨਕ ਸਾਹਿਬ ਜੀ ਦਾ ਐਸਾ ਪ੍ਰਭਾਵ ਬਨਸਪਤੀ ਤੇ ਪਿਆ। ਕਹਿੰਦੇ ਜਿੱਥੇ ਠੰਡੀਆਂ ਹਵਾਵਾਂ ਮਿੱਠੀਆਂ ਮਿੱਠੀਆਂ ਚੱਲਦੀਆਂ ਨੇ, ਉੱਥੇ ਲੋਕਾਂ ਨੇ ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ ਚਾਰਾਂ ਦੇ ਝਗੜੇ ਛੱਡ ਦਿੱਤੇ ਨੇ। ਅੰਤਰ ਤਿਨਕੈ ਭਈ ਅਮੇਉ, ਮਨ ਹੋ ਨਰਨ ਦਿਖਰਾਵੇ ਤਿਉ। ਮੰਨ ਲਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਆਉਣ ਤੋਂ ਪਹਿਲਾਂ ਅੰਮ੍ਰਿਤ ਦੀ ਵਰਖਾ ਕੀਤੀ ਹੋਵੇ, ਭਾਵੇਂ ਘਰ ਕੱਚਾ ਏ ਭਾਵੇਂ ਘਰ ਪੱਕਾ ਏ, ਕਹਿੰਦੇ ਲੋਕਾਂ ਦਾ ਭਾਈਚਾਰਾ ਹੋਰ ਵੱਧਦਾ ਜਾਵੇ। ਨੇੜੇ ਤੇੜੇ ਦੇ ਪਿੰਡ ਗੱਲਾਂ ਕਰਦੇ ਆ, ਕਹਿੰਦੇ ਰਾਏ ਭੋਏ ਦੀ ਤਲਵੰਡੀ ਦੇ ਲੋਕਾਂ ਨੂੰ ਕੀ ਹੋ ਗਿਆ? ਇਹ ਤੇ ਅੱਗੇ ਕਿਸੇ ਨੂੰ ਰਾਹ ਨਹੀਂ ਸੀ ਲੰਘਣ ਦਿੰਦੇ, ਵੈਰ ਵਿਰੋਧ ਬੜਾ ਰੱਖਦੇ ਸੀ। ਇੰਨੇ ਚੰਗੇ ਕਦੋਂ ਤੋਂ ਹੋ ਗਏ। ਸਿੱਤ ਸੋਹਤ ਧਰ ਨਵ ਸਭ ਭਾਈ, ਜਿਹੋ ਰਸਵ ਤੇ ਅਦਕ ਵਧਾਈ। ਕਵੀ ਜੀ ਲਿਖ ਰਹੇ ਨੇ, ਕਹਿੰਦੇ ਰਾਵੀ ਨਦੀ ਭਰ ਭਰ ਆਉਂਦੀ ਹੈ। ਇਹ ਬਾਰਦੇਸ਼ ਦਾ ਇਲਾਕਾ ਸਾਰਾ, ਉਧਰ ਝਨਾਹ ਭਰਿਆ ਹੋਇਆ, ਬੱਦਲ ਗਰਜਦੇ ਆ। ਕਹਿੰਦੇ ਮਾਹੌਲ ਇੱਕਦਮ ਚੇਂਜ ਹੋ ਗਿਆ। ਕਿਸੇ ਨੂੰ ਸਮਝ ਨਹੀਂ ਆਉਂਦੀ। ਲੋਕ ਪੰਡਤਾਂ ਨੂੰ ਜਾ ਕੇ ਪੁੱਛਦੇ, ਕਹਿੰਦੇ ਆ ਮੌਸਮ ਇਹੋ ਜਿਹਾ ਕਿਉਂ ਹੋ ਗਿਆ? ਉਹ ਕਹਿੰਦੇ ਸਾਡੀ ਵਿਦਿਆ 'ਚ ਲਿਖਿਆ ਹੀ ਨਹੀਂ ਹੋਇਆ ਕੀ ਹੋ ਰਿਹਾ ਹੈ। ਜਦ ਕਿ ਕਲਯੁਗ ਦਾ ਸਮਾਂ ਬੜੇ ਭਿਆਨਕ ਦੌਰ ਚੱਲਦੇ, ਲੋਕ ਮਾੜੇ ਤੋਂ ਮਾੜੇ ਆ। ਜਿੰਨਾ ਮਾੜੇ ਤੋਂ ਮਾੜਾ ਬੰਦਾ ਛੇੜ ਕੇ ਵੇਖ ਲਓਗੇ, ਉਹ ਤੋਂ 10 ਗੁਣਾ ਹੀ ਨਿਕਲੂ, 100 ਗੁਣਾ ਹੀ। ਪਰ ਉਸ ਵੇਲੇ ਦੇ ਲੋਕਾਂ ਦੇ ਵਿੱਚ ਇੱਕਦਮ ਏਦਾਂ ਦਾ ਚੇਂਜ ਆਉਣਾ ਹੈਰਾਨੀ ਵਾਲੀ ਗੱਲ ਹੈ। ਕਿਹਨਾਂ ਕਰਕੇ ਆ ਰਿਹਾ? ਸਤਿਗੁਰਾਂ ਕਰਕੇ। ਹੁਣ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਹੈ? ਕੋਈ ਨਹੀਂ ਸੀ ਜਾਣਦਾ, ਨਾ ਉਹਨਾਂ ਦਾ ਅਵਤਾਰ ਹੋਇਆ। ਪਰ ਹਾਂ, ਪੰਡਤ ਹਰਦਿਆਲ ਨੇ ਪੜ੍ਹਿਆ ਸੀ ਭਵਿੱਖਤ ਪੁਰਾਣ, ਉਹਨੂੰ ਪਤਾ ਸੀ, ਕਿਤੇ ਨਾ ਕਿਤੇ ਜਾਣਦਾ ਸੀ ਵੀ ਜਿਹੜੀਆਂ ਨਿਸ਼ਾਨੀਆਂ ਭਵਿੱਖਤ ਪੁਰਾਣ ਵਿੱਚ ਲਿਖੀਆਂ ਨੇ ਕਲਯੁਗ ਦੇ ਸਮੇਂ ਰੱਬ ਦੇ ਪ੍ਰਗਟ ਹੋਣ ਦੀਆਂ, ਉਹ ਆਪਣੇ ਸਾਥੀਆਂ ਨਾਲ ਵੇਖ ਕੇ ਗੱਲਾਂ ਕਰਿਆ ਕਰੇ। ਮੈਨੂੰ ਲੱਗਦਾ ਵੀ ਉਹ ਸਮਾਂ ਆ ਗਿਆ। ਉਹੋ ਜਿਹੇ ਹਾਲਾਤ ਧਰਤੀ ਤੇ ਹੁੰਦੇ ਜਾਂਦੇ ਨੇ। ਜੜ ਜੰਗਮ ਤਲਵੰਡ ਆਨੰਦੋ, ਪਾ ਪਰਵੇਸ਼ ਜਬ ਕੋ ਸੁਖ ਕੰਦੋ। 1 ਮਹੀਨੇ ਦਾ ਸਮਾਂ ਰਹਿ ਗਿਆ, ਤਕਰੀਬਨ 30 ਦਿਨ ਰਹਿ ਗਏ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਨ ਕਰ ਲੈਣਾ। ਜਿੰਨੇ ਸਾਧੂ ਲੋਕ ਸੀ ਭਗਤੀ ਵਾਲੇ, ਸੱਚਮੁੱਚ ਭਗਤੀ ਵਾਲੇ, ਉਹ ਕਹਿੰਦੇ ਆਪ ਮੁਹਾਰੇ ਤਲਵੰਡੀ ਵਾਲੇ ਪਾਸੇ ਆਉਣ ਲੱਗ ਗਏ, ਜਿਵੇਂ ਕੋਈ ਖਿੱਚ ਪੈਂਦੀ ਹੋਵੇ। ਆਉਣਾ ਜੀ ਨੇ ਵੇਖਣਾ, ਕਲਿਆਣ ਚੰਦ ਜੀ ਦੇ ਘਰ ਮੰਗਣਾ ਜਾਣਾ, ਪ੍ਰਸ਼ਾਦਾ ਛਕਣ ਆਉਣਾ, ਵਧਾਈਆਂ ਦੇਣੀਆਂ। ਉਹਨਾਂ ਸਮਿਆਂ 'ਚ ਟਰਾਂਸਜੈਂਡਰ ਦਾ ਕੋਈ ਰਿਵਾਜ ਨਹੀਂ ਸੀ, ਖੁਸਰਿਆਂ ਖਸਰਿਆਂ ਦਾ। ਉਦੋਂ ਲੋਕਾਂ ਦੇ ਵਿੱਚ ਸਾਧੂ ਮਹਾਤਮਾ ਆਉਂਦੇ ਸੀ, ਮੰਗਣ ਆਉਂਦੇ ਸੀ, ਜੰਗਮ ਲੋਕ, ਸਰੇਵਣੇ ਲੋਕ, ਤੇ ਦੁਨੀਆ ਇਹਨਾਂ ਨੂੰ ਖੁੱਲਾ ਦਾਨ ਦਿੰਦੀ ਸੀ ਵੀ ਸਾਧੂ ਮਹਾਂਪੁਰਖਾਂ ਦੀ ਸੇਵਾ ਰੱਬ ਦੀ ਸੇਵਾ ਹੈ। ਕਹਿੰਦੇ ਜਦ ਵੀ ਕਿਸੇ ਨੇ ਆਉਣਾ ਪਤਾ ਨਹੀਂ ਲੱਗਦਾ। ਕਲਿਆਣ ਚੰਦ ਜਿਹੜੇ ਸਾਰੀ ਜ਼ਿੰਦਗੀ ਪੈਸੇ ਦਾ ਰੋਣਾ ਰੋਂਦੇ ਰਹੇ ਆ ਨਾ, ਇਤਿਹਾਸ ਗਵਾਹ ਇਹ, ਪਿਤਾ ਨੇ ਥੱਪੜ ਤੱਕ ਮਾਰ ਦਿੱਤਾ ਸੀ ਪੁੱਤ ਦੇ 20 ਰੁਪਈਆਂ ਵਿੱਚ। ਕਵੀ ਦੱਸਣਗੇ ਸਾਰਾ ਕੁਛ। ਕਹਿੰਦੇ ਸਾਰੀ ਜ਼ਿੰਦਗੀ ਜਿਹੜੇ ਪੈਸਾ ਪੈਸਾ ਕਰਦੇ ਨੇ, ਇਹ ਵੀ ਖੇਡਾਂ ਨਿਰੰਕਾਰ ਦੀਆਂ। ਕਹਿੰਦੇ ਹੁਣ ਉਹਨਾਂ ਨੇ ਗੋਲਕਾਂ ਦੇ ਮੂੰਹ ਖੋਲੇ ਹੋਏ ਆ, ਜਿਹੜਾ ਵੀ ਆਉਂਦਾ ਲੈ ਮਾਇਆ।
ਚੁੱਕ ਸੋਨਾ, ਚੁੱਕ ਚਾਂਦੀ, ਪਤਨੀ ਤੱਕ ਦੇ ਗਹਿਣੇ ਵੀ ਲੋਕਾਂ ਨੂੰ ਦਾਨ ਕਰ ਦਿੱਤੇ ਸੀ। ਐਡਾ ਵੱਡਾ ਦਿਲ ਹੋ ਗਿਆ, ਨੇਕ ਸੁਭਾਅ ਬਣ ਗਿਆ। ਅਸ ਜਬ ਬੀਤ ਗਈ 10 ਮਾਸਾ, ਸ਼ਬਦ ਸੁੰਦਰੀ ਇੰਦ ਪ੍ਰਕਾਸ਼ਾ। ਇੱਥੇ ਭਾਈ ਬਾਲਾ ਜੀ ਦੱਸਦੇ ਆ ਕਿ 10 ਮਹੀਨੇ ਬਤੀਤ ਹੋ ਗਏ। ਹੈਰਾਨ ਹੋਵੋਗੇ, ਦੁਨੀਆ ਦਾ ਹਰ ਬੱਚਾ 9ਵੇਂ ਮਹੀਨੇ ਜਨਮ ਲੈ ਲੈਂਦਾ, 9 ਤੋਂ ਬਾਅਦ। ਚਲੋ ਅੱਜ ਦੇ ਸਮਾਂ ਇਹੋ ਜਿਹਾ, ਕੋਈ 7 ਮਹੀਨੇ, ਕੋਈ 8 ਮਹੀਨੇ, ਪਰ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ 10 ਮਹੀਨੇ ਬਤੀਤ ਹੋ ਗਏ। ਕਲਿਆਣ ਚੰਦ ਵੀ ਸੋਚਦੇ ਬੱਚੇ ਦਾ ਜਨਮ ਕਿਉਂ ਨਹੀਂ ਹੋਇਆ। ਪਰ ਇੱਕ ਗੱਲ ਤੋਂ ਚਾਹਤ ਨੇ, ਖੁਸ਼ ਨੇ ਵੀ ਖੁਸ਼ਖਬਰੀ ਘਰ ਕਦੇ ਵੀ ਆ ਸਕਦੀ ਹੈ, ਕਦੇ ਵੀ। ਉਹਨਾਂ ਨੂੰ ਇਹ ਕੋਈ ਮਤਲਬ ਨਹੀਂ ਪੁੱਤਰ ਹੋਵੇ ਜਾਂ ਧੀ ਹੋਵੇ, ਭਾਵੇਂ ਪਹਿਲਾਂ ਪੁੱਤਰੀ ਹੈ ਉਹਨਾਂ ਕੋਲੇ, ਬੀਬੀ ਨਾਨਕੀ ਵੱਡੇ ਨੇ ਗੁਰੂ ਨਾਨਕ ਸਾਹਿਬ ਤੋਂ ਕਈ ਸਾਲ, ਪਰ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੋਰ ਵੱਧ ਗਿਆ। ਮਾਤਾ ਤ੍ਰਿਪਤਾ ਜੀ ਦੇ ਚਿਹਰੇ ਦਾ ਨੂਰ ਵੱਧਦਾ ਜਾਂਦਾ ਹੈ, ਬੰਦਗੀ ਵੱਧਦੀ ਜਾਂਦੀ, ਹਰ ਵੇਲੇ ਬੁੱਲ ਫਰਕਦੇ ਰਹਿੰਦੇ ਆ, ਰਾਮ ਰਾਮ ਜਪਦੇ ਆ। ਦੇਖੋ ਜੀ, ਕੋਈ ਰਾਮ ਰਾਮ ਜਪੇ, ਕੋਈ ਅੱਲਾ ਅੱਲਾ ਜਪੇ, ਫਰਕ ਕੋਈ ਨਹੀਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੋਸਾਈਆਂ, ਕੋਈ ਅਲਾਏ। ਇਹਨਾਂ ਪਿੱਛੇ ਨਫ਼ਰਤ ਨਹੀਂ ਹੋਣੀ ਚਾਹੀਦੀ, ਵੈਰ ਵਿਰੋਧ ਨਹੀਂ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਹਿਣਾ ਜੀ, ਰਾਮ ਰਾਮ ਵਾਲਾ ਮੇਰੇ ਸਾਹਮਣੇ ਨਹੀਂ ਹੋਣਾ ਚਾਹੀਦਾ, ਅੱਲਾ ਵਾਲਾ ਮੈਨੂੰ ਬੁਰਾ ਲੱਗਦਾ। ਜਿੱਦਣ ਭੇਦ ਸਮਝ ਆ ਗਈ ਨਾ, ਉਦਣ ਸਮਝ ਆਉਣਾ ਵੀ ਨਿਰੰਕਾਰ ਵਾਹਿਗੁਰੂ ਤੂੰ ਇੱਕ ਹੈ। ਇਹ ਤੇ ਆਪਣੀ ਆਪਣੀ ਸਮਝ ਮੁਤਾਬਕ ਨਾ ਰੱਖੇ ਨੇ, ਤੇਰੇ ਤੇ ਕਰੋੜਾਂ ਨਾ ਰੱਖ ਲਈ, ਉਹ ਵੀ ਥੋੜੇ ਆ। ਮਾਤਾ ਤ੍ਰਿਪਤਾ ਜੀ ਉੱਚੀ ਬੋਲ ਬੋਲ ਬੰਦਗੀ ਕਰਦੇ ਆ। ਕਈ ਵਾਰ ਦਾਸੀਆਂ ਹੈਰਾਨ, ਕਹਿੰਦੇ ਮਾਤਾ ਜੀ ਰਾਤ ਨੂੰ ਬੋਲਦੇ ਹੁੰਦੇ ਆ, ਲੱਗਦਾ ਕਿਸੇ ਨਾਲ ਗੱਲਾਂ ਕਰਦੇ ਆ। ਕਿਵੇਂ? ਜਿਹੜੀਆਂ ਭਗਤੀ ਵਾਲੀਆਂ ਰੂਹਾਂ ਨੇ ਉਹ ਮੱਥਾ ਟੇਕਣ ਆਉਂਦੀਆਂ ਨੇ, ਉਹ ਨਮਸਕਾਰਾਂ ਕਰਦੀਆਂ ਨੇ ਪ੍ਰਭੂ ਦੀ ਉਸ ਮਾਂ ਨੂੰ ਜਿਹਨੇ ਉਸ ਪਰਮਾਤਮਾ ਨੂੰ ਸਰੀਰਕ ਤੌਰ ਤੇ ਜਨਮ ਦੇਣਾ ਹੈ। ਧੰਨ ਉਹ ਮਾਂ ਹੋਵੇਗੀ। ਬਿਮਲ ਆਕਾਸ਼ ਸੋਹੀ ਗਨ ਤਾਰਾ, ਜਿਮ ਜਗਿਆਸੀ ਔਰ ਅਜ਼ਾਰਾ। ਸਮਾਂ ਬਤੀਤ ਹੁੰਦਿਆਂ ਹੁੰਦਿਆਂ ਕਹਿੰਦੇ ਉਹ ਦਿਨ ਆ ਗਏ। ਪਹਿਲਾਂ ਮਹੀਨੇ ਸੀ, ਦਿਨਾਂ ਤੇ ਆ ਗਿਆ। ਕਹਿੰਦੇ ਆਕਾਸ਼ ਉਜਲਾ ਸਾਫ਼ ਹੋ ਗਿਆ, ਕੱਲਾ ਕੱਲਾ ਤਾਰਾ ਨਜ਼ਰ ਆਉਂਦਾ ਹੈ, ਕੱਲਾ ਕੱਲਾ। ਰਾਤਾਂ ਬਿਲਕੁਲ ਸਾਫ਼ ਸੁਥਰੀਆਂ ਹੋ ਗਈਆਂ। ਬਿੰਡੀਆਂ ਦੀਆਂ ਆਵਾਜ਼ਾਂ ਦੂਰੋਂ ਦੂਰੋਂ ਆਉਂਦੀਆਂ, ਪਿੰਡਾਂ ਵਿੱਚ ਅੱਜ ਵੀ ਆਉਂਦੀਆਂ, ਜਿਨ੍ਹਾਂ ਨੂੰ ਪਤਾ ਉਹ ਜਾਣਦੇ ਆ। ਹੁਣ ਰਾਤ ਵੇਲੇ ਪਹਿਰੇਦਾਰ ਪਹਿਰੇ ਲਾਉਣੋਂ ਹਟ ਗਏ, ਕਿਉਂਕਿ ਚੋਰੀਆਂ ਖਤਮ ਹੋ ਗਈਆਂ, ਲੜਾਈਆਂ ਖਤਮ ਹੋ ਗਈਆਂ। ਪਰ ਗੁਰੂ ਨਾਨਕ ਸਾਹਿਬ ਜੀ ਦੇ ਵਿਹੜੇ ਵਿੱਚ ਪਰਿਵਾਰ ਨੇ ਘਰੇ ਮਸਾਲਾ ਜਗਾਈਆਂ ਹੋਈਆਂ ਸੀ, ਕਿਉਂਕਿ ਪਿਤਾ ਕਲਿਆਣ ਚੰਦ ਜਾਣਦੇ ਆ ਕਦੇ ਵੀ ਪਰਮਾਤਮਾ ਦੀ ਮਿਹਰ ਹੋ ਸਕਦੀ ਹੈ। ਸਰੀਰਕ ਤੌਰ ਤੇ ਵੀ ਪਰਿਵਾਰ ਤਿਆਰ ਰਹਿੰਦਾ। ਅੱਜ ਵੀ ਕਿਸੇ ਨੂੰ ਪਤਾ ਕੋਈ ਐਸਾ ਸਮਾਂ ਹੈ ਤੇ ਲੋਕੀ ਹਰ ਵੇਲੇ ਅਲਰਟ ਤੇ ਰਹਿੰਦੇ ਆ, ਕੋਈ ਐਸੀ ਗੱਲ ਹੋਵੇ, ਪ੍ਰਸੂਤਾ ਪੀੜਾ ਹੋਣ, ਛੇਤੀ ਹਸਪੀਟਲ ਨਾਲ ਟਾਈ ਅਪ ਕਰੀਏ, ਪਹਿਲਾਂ ਹੀ ਕੰਸਰਨ ਹੁੰਦਾ ਲੋਕਾਂ ਦਾ। ਤੇ ਉਹਨਾਂ ਸਮਿਆਂ ਦੇ ਵਿੱਚ ਇਸ ਕਾਰਜ ਨੂੰ ਅੰਜਾਮ ਦਿੰਦੀਆਂ ਸਨ ਦਾਈਆਂ, ਜੋ ਡਾਕਟਰਾਂ ਤੋਂ ਵੀ ਵੱਧ ਸਿਆਣੀਆਂ ਸਨ। ਕਹਿੰਦੇ ਉਸ ਵੇਲੇ ਦੀਆਂ ਦਾਈਆਂ ਨੂੰ ਵੀ ਸੁਨੇਹਾ ਦਿੱਤਾ ਗਿਆ, ਭਾਈ ਕਦੇ ਵੀ ਖੁਸ਼ਖਬਰੀ ਦਾ ਸਮਾਂ ਆ ਸਕਦਾ, ਪਹਿਲੀ ਆਵਾਜ਼ ਤੁਹਾਨੂੰ ਪੈਣੀ ਹੈ। ਤੇ ਦਾਈਆਂ ਵੀ ਰੱਬ ਦਾ ਰੂਪ ਹੀ ਹੁੰਦੀਆਂ ਸੀ। ਰਾਤ ਹੋਵੇ ਦਿਨ ਹੋਵੇ, ਜਦ ਵੀ ਪਿੰਡੋਂ ਆਵਾਜ਼ ਆਉਣੀ ਉਹਦਾ ਜਾ ਪਹੁੰਚਣਾ। ਅੱਗੇ ਲੋਕਾਂ 'ਚ ਏਕਾ ਹੁੰਦਾ ਸੀ, ਹੁਣ ਕਿਹੜੀਆਂ ਗੱਲਾਂ ਸੀ, ਹੁਣ ਤੇ ਹਾਲਾਤ ਹੀ ਬਦਲ ਗਏ। ਉਹਨਾਂ ਸਮਿਆਂ ਦੇ ਵਿੱਚ ਜਦੋਂ ਦਾਈਆਂ ਨੂੰ ਇਹ ਗੱਲ ਦੱਸੀ ਗਈ ਨਾ, ਉਹ ਵੀ ਖੁਸ਼ੀ ਦੇ ਵਿੱਚ ਖੀਵੀਆਂ ਨੇ, ਸੌਂਦੀਆਂ ਨਹੀਂ। ਉਹਨਾਂ ਨੂੰ ਇਹ ਲਾਲਚ ਹੁੰਦਾ ਹੈ ਵੀ ਜਿੱਦਣ ਮਾਤਾ ਤ੍ਰਿਪਤਾ ਦੇ ਘਰੇ ਬੱਚਾ ਹੋਇਆ ਨਾ, ਉਹ ਖੁਸ਼ੀ 'ਚ ਸਾਨੂੰ ਬੜਾ ਕੁਝ ਦੇਣਗੇ। ਦਿੰਦੇ ਸੀ ਪਹਿਲਾਂ ਲੋਕ, ਸੋਨਾ ਚਾਂਦੀ ਆਮ ਦਾਨ ਕਰਦੇ ਹੁੰਦੇ ਸੀ, ਤੇ ਦਾਈਆਂ ਨੂੰ ਦੇਣਾ। ਕਹਿੰਦੇ ਦਾਈਆਂ ਨੇ ਬੜੀ ਖੁਸ਼ੀ ਮਨਾਉਣੀ ਵੀ ਚਲੋ ਸਮਾਂ ਨੇੜੇ ਆ ਗਿਆ। ਉਹ ਹਰ ਵੇਲੇ ਇਸ ਸਮੇਂ ਨੂੰ ਲੋਚਦੀਆਂ ਹਨ। ਨਿਰਸ ਮੇਘ ਹੋਏਗੇ ਨਿਜ ਦੇਸ਼ੋ, ਜਿਮ ਸਤ ਸੰਗਤ ਮਿਟਹਿ ਕਲੇਸ਼ੋ। ਇੱਥੇ ਭਾਈ ਬਾਲਾ ਜੀ ਉਪਦੇਸ਼ ਦੇ ਰਹੇ ਨੇ ਬਚਨਾਂ ਦੇ ਵਿੱਚ। ਕਹਿੰਦੇ ਭਾਈ ਬੱਦਲ ਏਦਾਂ ਮੁੜ ਗਏ ਜਿਵੇਂ ਕਿਸੇ ਦੇਸ਼ ਤੋਂ ਆਏ ਹੋਣ, ਵਾਤਾਵਰਨ ਸੁਹਾਵਣਾ ਹੋ ਗਿਆ, ਬਿਲਕੁਲ ਸਾਫ਼ ਸੁਥਰਾ, ਜਿਵੇਂ ਅੱਜ ਕੱਲ੍ਹ ਦਾ ਮੌਸਮ ਹੈ, ਬਿਲਕੁਲ ਸਾਫ਼ ਹੋ ਗਿਆ। ਕਹਿੰਦੇ ਇਹ ਜਿਵੇਂ ਸਤ ਸੰਗ ਦੇ ਵਿੱਚ ਬਹਿ ਕੇ ਬੰਦੇ ਅੰਦਰੋਂ ਵਿਕਾਰ ਚਲੇ ਜਾਂਦੇ ਆ ਨਾ, ਰਾਏ ਭੋਏ ਦੀ ਤਲਵੰਡੀ ਆਸੇ ਪਾਸੇ ਤੋਂ ਮੌਸਮ ਬਿਲਕੁਲ ਸਾਫ਼ ਹੋ ਗਿਆ। ਰਾਤ ਨੂੰ ਚੜੇ ਤਾਰੇ ਨਜ਼ਰ ਆਉਂਦੇ ਆ, ਸਾਫ਼ ਆਸਮਾਨ ਦੀ ਨਿਸ਼ਾਨੀ ਹੈ। ਹੁਣ ਜਦੋਂ ਇਹ ਸਮਾਂ ਨੇੜੇ ਆਇਆ, ਕਹਿੰਦੇ ਇਸ ਪਿੰਡ ਦੇ ਵਿੱਚ ਨਾ ਜਾਣੇ ਕਿੰਨੇ ਕੁ ਲੋਕ ਬਾਹਰੋਂ ਆ ਕੇ ਵਸਣ ਲੱਗ ਗਏ, ਪਤਾ ਹੀ ਨਹੀਂ ਲੱਗਦਾ ਕੌਣ ਸੀ। ਦੇਵੀ ਦੇਵਤੇ
ਭਗਤੀ ਵਾਲੀਆਂ ਰੂਹਾਂ ਮਨੁੱਖਾਂ ਦਾ ਰੂਪ ਧਾਰਨ ਕਰਕੇ ਨਗਰ ਵਿੱਚ ਪਹਿਲਾਂ ਆਣ ਪਹੁੰਚੀਆਂ ਨੇ। ਉਰਜ ਮਾਸ ਕੀ ਪੂਰਨਮਾਸ਼ੀ, ਹਰ ਕੀਰਤ ਸੋ ਜੋਨ ਪ੍ਰਕਾਸ਼ੀ। ਕਹਿੰਦੇ ਅੱਜ ਉਹ ਸਮਾਂ ਆਇਆ, ਕੱਤਕ ਦੀ ਰਾਤ ਦਾ ਸਮਾਂ ਪੂਰਨਮਾਸ਼ੀ। ਹੁਣ ਪੂਰਨਿਮਾ ਨੂੰ ਚੰਦਰਮਾ ਬਿਲਕੁਲ ਕੋਲ ਦਿਸਦਾ, ਧਰਤੀ ਦੇ ਨੇੜੇ ਦਿਸਦਾ ਤੇ ਚਾਨਣ ਹੁੰਦਾ ਹੈ, ਹਰ ਪਾਸੇ ਚਾਨਣ ਹੀ ਚਾਨਣ ਨਜ਼ਰ ਆਉਂਦਾ ਹੈ। ਕਹਿੰਦੇ ਕੱਤਕ ਦੀ ਪੂਰਨਮਾਸ਼ੀ ਦਾ ਸਮਾਂ ਆਇਆ, ਰਾਤ ਦੇ 12 12:30 ਵਜੇ ਆ। ਮਾਤਾ ਤ੍ਰਿਪਤਾ ਜੀ ਥੋੜਾ ਜਿਹਾ ਦੁਖੀ ਸਰੀਰ ਕਰਕੇ ਫੀਲ ਕਰਦੇ ਆ। ਕਲਿਆਣ ਚੰਦ ਜੀ ਨੇ ਸੁਨੇਹਾ ਭੇਜਿਆ, ਔਰਤਾਂ ਭੱਜੀਆਂ ਗਈਆਂ, ਦਾਈਆਂ ਨੂੰ ਬੁਲਾਇਆ ਗਿਆ, ਕਿਉਂਕਿ ਇਹ ਸਮਾਂ ਉਹ ਸੀ ਜਦੋਂ ਆਪ ਪਰਮੇਸ਼ਰ ਜੀ ਨੇ ਇਸ ਧਰਤੀ ਤੇ ਆਉਣਾ। ਕਿਉਂ ਆਏ ਜੀ ਕੱਤਕ ਦੀ ਪੂਰਨਮਾਸ਼ੀ? ਕਦੇ ਸਨਾਤਨ ਮਤ ਪੜ੍ਹ ਕੇ ਵੇਖਿਓ, ਕਹਿੰਦੇ ਕੱਤਕ ਦੀ ਪੂਰਨਮਾਸ਼ੀ ਬਹੁਤ ਮਾੜੀ ਹੈ। ਇਹ ਮਹੀਨਾ ਮਾੜਾ, ਇਸ ਮਹੀਨੇ ਜੀ ਬੱਚਾ ਜਿਹੜਾ ਜੰਮੇ ਲੋਕੀ ਕਹਿੰਦੇ ਉਹ ਠੀਕ ਨਹੀਂ ਹੁੰਦਾ, ਤੇ ਰੱਬ ਨੇ ਇਸ ਪਖੰਡ ਤੇ ਸੱਟ ਮਾਰਨ ਵਾਸਤੇ ਅਵਤਾਰ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਧਾਰਿਆ। ਆਖੋ ਸਤਿਨਾਮ। ਵੀ ਹੁਣ ਦੱਸੋ ਪੰਡਤੋ ਵੀ ਗੁਰੂ ਨਾਨਕ ਸਾਹਿਬ ਬਾਰੇ ਕੀ ਖਿਆਲ ਹੈ? ਤੁਸੀਂ ਤੇ ਲੋਕਾਂ ਨੂੰ ਅੱਜ ਤੱਕ ਲੁੱਟਦੇ ਰਹੇ ਵੀ ਕੱਤਕ ਦੇ ਮਹੀਨੇ ਬੱਚਾ ਨਹੀਂ ਜੰਮਣਾ ਚਾਹੀਦਾ ਜੀ, ਜੇ ਜੰਮੂਗਾ ਛੇਤੀ ਮਰ ਜਾਊਗਾ, ਜਾਂ ਕਹਿਣੇ ਤੋਂ ਬਾਹਰ ਹੋਊਗਾ, ਜਾਂ ਆ ਹੋਊਗਾ। ਲੋਕੀ ਭੱਜੇ ਫਿਰਦੇ ਉਸ ਪਾਸੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਅਵਤਾਰ ਧਾਰਨ ਵਾਸਤੇ ਸ੍ਰਿਸ਼ਟੀ ਤੇ ਆ ਰਹੇ, ਕਿਉਂਕਿ ਇੱਥੇ ਜਨਮ ਦਾ ਜ਼ਿਕਰ ਨਹੀਂ ਹੈ, ਅਵਤਾਰ ਦਾ ਹੈ, ਸਰਗੁਣ ਸਰੂਪ ਦਾ ਅਵਤਾਰ ਹੋ ਰਿਹਾ ਹੈ। ਕਹਿੰਦੇ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਤਾਰਿਆਂ ਦੀ ਲੋ ਵੱਧ ਗਈ, ਭਾਵੇਂ ਉਹ ਤਾਰੇ ਟਿਮਟਿਮਾਉਂਦੇ ਨਹੀਂ ਸੀ। ਪੂਰਨਮਾਸ਼ੀ ਦੀ ਰਾਤ ਚੰਦਰਮਾ ਚੜਿਆ ਹੁੰਦਾ, ਤਾਰੇ ਦਿਸਦੇ ਨਹੀਂ ਹੁੰਦੇ, ਪਰ ਅਸਮਾਨ ਦੇ ਵਿੱਚ ਏਦਾਂ ਲੱਗਦਾ ਜਿਵੇਂ ਤਾਰਿਆਂ ਦੀ ਚਮਕ ਵੱਧ ਗਈ ਹੋਵੇ, ਚੰਦਰਮਾ ਉਹਨਾਂ ਤੋਂ ਗੂੜਾ ਹੁੰਦਾ ਜਾਂਦਾ ਹੈ। ਇਹ ਖੁਸ਼ੀਆਂ ਦੇ ਪ੍ਰਤੀਕ ਸਨ। ਹਲਕੀ ਹਲਕੀ ਨਿੰਮੀ ਨਿੰਮੀ ਹਵਾ ਚੱਲੀ ਹੈ, ਖੁਸ਼ਬੂ ਏਦਾਂ ਜਿਵੇਂ ਗੁਲਾਬ ਜਲਦੀ ਹੋਵੇ, ਗੁਲਾਬਾਂ ਦੀ ਹੋਵੇ, ਕਦੇ ਕੇਸਰ ਦੀ ਖੁਸ਼ਬੂ ਆਉਂਦੀ ਹੈ, ਕਦੇ ਗੁਲਾਬ ਦੀ ਆ ਰਹੀ ਹੈ, ਜਿਵੇਂ ਇਤਰ ਛਿੜਕੇ ਹੋਵਣ। ਸੰਬਤ ਨੋ ਖਟ ਸਹਿਸ ਛਬਿਛਾ, ਭੋ ਅਵਤਾਰ ਪ੍ਰਗਟ ਜਗਦੀਸ਼ਾ। ਅੰਮ੍ਰਿਤ ਵੇਲੇ ਦਾ ਸਮਾਂ ਹੋਇਆ 1 ਵਜੇ ਦਾ, 1:15 ਵਜੇ ਦਾ ਸਮਾਂ। ਸੰਨ ਕਿਹੜਾ ਸੀ ਉਹ ਸਮੇਂ ਦਾ? ਬਿਕਰਮੀ ਸੰਮਤ 1526। ਆਪਾਂ ਤੇ 1469 ਪੜ੍ਹਦੇ ਰਹਿੰਦੇ ਹਾਂ। ਕੱਤਕ ਦੀ ਪੂਰਨਮਾਸ਼ੀ ਆ ਕੀ ਚੱਕਰ ਹੈ ਭਾਈ? ਜਿਹੜਾ ਬੇਕਰਮੀ ਸੰਮਤ ਆ ਨਾ, ਉਹ ਇਸ ਈਸਵੀ ਸੰਮਤ ਤੋਂ 57 ਈਅਰ ਅੱਗੇ ਚੱਲਦਾ ਹੈ, 57 ਸਾਲ ਅੱਗੇ ਚੱਲਦਾ ਹੈ। ਤੇ ਜੇ ਆਪਾਂ ਈਸਵੀ ਸੰਮਤ ਲਾਵਾਂਗੇ 1469, ਕੱਤਕ ਦੀ ਪੂਰਨਮਾਸ਼ੀ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਮਹਿਕਾਂ ਚਾਰੇ ਪਾਸੇ, ਕਹਿੰਦੇ ਸਾਰੇ ਘਰ ਦੇ ਵਿੱਚ ਮਸਾਲਾਂ ਜਲਦੀਆਂ ਨੇ। ਕਲਿਆਣ ਚੰਦ ਬੜੇ ਖੁਸ਼ ਬੈਠੇ ਆ। ਮਾਤਾ ਤ੍ਰਿਪਤਾ ਜੀ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ। ਉਹ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਸਭ ਤੋਂ ਪਹਿਲਾਂ ਘਰ 'ਚ ਪ੍ਰਵੇਸ਼ ਹੋਈ ਹੈ ਦਾਈ ਦੌਲਤਾਂ। ਇਹ ਉਹ ਕਰਮਾਂ ਵਾਲੀ ਔਰਤ ਹੈ ਜਿਹਨੇ ਸਭ ਤੋਂ ਪਹਿਲਾਂ ਧਰਤੀ ਤੇ ਰੱਬ ਨੂੰ ਵੇਖਿਆ। ਆਖੋ ਸਤਿਨਾਮ। ਉਹ ਭਾਗਾਂ ਵਾਲੀ ਮਹਾਂਪੁਰਖ, ਉਹ ਬੰਦਗੀ ਵਾਲੀ। ਜਿੰਨੀਆਂ ਦਾਸੀਆਂ ਸੀ, ਕੌਣ ਬੁਲਾ ਕੇ ਲੈ ਕੇ ਆਇਆ ਸੀ ਦਾਈ ਦੌਲਤਾਂ ਨੂੰ? ਤੁਲਸਾਂ ਦਾਸੀ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਰਹਿਣ ਵਾਲੀ ਉਹ ਸੇਵਾਦਾਰਨੀ, ਜਿਹਨੇ ਅਣਥੱਕ ਸੇਵਾ ਮਾਤਾ ਤ੍ਰਿਪਤਾ ਜੀ ਦੀ ਕੀਤੀ ਹੈ। ਅੱਜ ਕਥਾ ਤੇ ਅਸੀਂ 1 ਮਿੰਟ 'ਚ ਸੁਣਾ ਦਿੰਦੇ, ਕੋਈ ਗੁਰਪੁਰਬ ਆਵੇ ਅੱਧੇ ਘੰਟੇ 'ਚ ਸਾਰਾ ਕੁਝ ਸੁਣਾ ਦਈਏ, ਪਰ ਅਸਲ ਚੀਜ਼ਾਂ ਜਿਹੜੀਆਂ ਉਹ ਰਹਿ ਜਾਂਦੀਆਂ ਨੇ। ਕਿਹਨੇ ਕਿਹਨੂੰ ਸੁਨੇਹਾ ਦਿੱਤਾ, ਕਦੋਂ ਕੀ ਹੋਇਆ, ਪਰਿਵਾਰ ਵਿੱਚ ਕਿਹੋ ਜਿਹਾ ਮਾਹੌਲ ਸੀ, ਇਹ ਕੇਵਲ ਭਾਈ ਬਾਲਾ ਜੀ ਸੁਣਾ ਸਕਦੇ ਆ। ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਅੱਖਾਂ 'ਚੋਂ ਹੰਝੂਆਂ ਦੀ ਝੜੀ ਲੱਗੀ ਖੁਸ਼ੀ ਦੇ, ਜਦ ਗੁਰੂ ਨਾਨਕ ਸਾਹਿਬ ਦੇ ਅਵਤਾਰ ਦੀ ਖਡੂਰ ਸਾਹਿਬ ਦੀ ਧਰਤੀ ਤੇ ਗੱਲ ਛਿੜੀ ਹੋਈ ਹੈ। ਭਇਓ ਅਚਾਨਕ ਸੁਭਿੰਨ ਉਛਾਹ, ਬਿਨ ਕਾਰਨ ਮਨ ਲਖ ਨ ਸਕਾਹਾ। ਅੱਜ ਅੱਧੀ ਰਾਤ ਤੋਂ ਬਾਅਦ ਦਾ ਸਮਾਂ ਸੀ, ਲੋਕ ਸਹਿਜ ਸੁਭਾਈ ਜਾਗ ਪਏ। ਕਿਸੇ ਨੂੰ ਨੀਂਦ ਹੀ ਨਹੀਂ ਆ ਰਹੀ, ਹਰ ਬੰਦਾ ਖੁਸ਼ ਹੈ। ਲੋਕੀ ਪੁੱਛਦੇ, ਕਹਿੰਦੇ ਅੱਜ ਨੀਂਦ ਕਿਉਂ ਨਹੀਂ ਆਉਂਦੀ? ਗੱਲਾਂ ਕਰਦੇ, ਕਹਿੰਦੇ ਅੱਜ ਖੁਸ਼ੀ ਬੜੀ ਹੈ। ਹੁਣ ਸਾਰਿਆਂ ਨੂੰ ਥੋੜਾ ਪਤਾ ਹੈ ਸ੍ਰਿਸ਼ਟੀ ਤੇ ਐਸੀ ਖੇਡ ਵਾਪਰੀ ਸੀ ਰੱਬ ਦੇ ਆਉਣ ਕਰਕੇ, ਕਿਉਂਕਿ ਇਹ ਕੋਈ ਖੇਡ ਨਹੀਂ ਹੈ ਸੰਸਾਰ ਦੀ। ਕੌਣ ਆਇਆ? ਆਪ ਨਾਰਾਇਣ ਕਲਾ ਧਾਰ ਜਗ ਮੈਂ ਬਰਬਰੇ ਨਾਰਾਇਣ ਆਉਣ ਲੱਗੇ, ਪਰਮੇਸ਼ਰ ਆ ਰਹੇ ਆ। 1:15 ਵਜੇ ਦਾ ਸਮਾਂ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚਖੰਡ ਤੋਂ ਆ ਗਏ। ਪਹਿਲਾਂ ਵੀ ਬੇਨਤੀ ਕੀਤੀ ਹੈ, ਗੁਰੂ ਪੀਰ ਗਰਭ 'ਚ ਨਹੀਂ ਆਉਂਦੇ,
ਜਿਸ ਵੇਲੇ ਸਰੀਰ ਦਾ ਅਵਤਾਰ ਹੁੰਦਾ ਨਾ, ਉਸ ਵੇਲੇ ਪ੍ਰਵੇਸ਼ ਕਰਦੇ ਆ ਉਸ ਸਰੀਰ ਵਿੱਚ, ਉਸ ਬੋਡੀ ਵਿੱਚ, ਪਰ ਕਬਜ਼ਾ ਉਹਨਾਂ ਦਾ ਪਹਿਲਾਂ ਤੋਂ ਹੀ ਹੁੰਦਾ ਹੈ। ਜਿਹੜੇ ਹੁਣ ਸੰਸਾਰੀ ਬੰਦੇ ਆ, ਉੱਥੇ 8-8 9-9 ਮਹੀਨੇ ਮਾਤਾ ਦੇ ਪੇਟ 'ਚ ਪੁੱਠੇ ਲਟਕਦੇ ਰਹਿੰਦੇ। ਉੱਥੇ ਲਿਵ ਲੱਗੀ ਹੁੰਦੀ ਪਰ ਟੁੱਟ ਜਾਂਦੀ ਹੈ। ਜੁੜਦੀ ਕਾਹਦੇ ਨਾਲ? ਮਾਇਆ ਨਾਲ ਆ ਕੇ ਸੰਸਾਰ ਦੀ। ਪਹਿਲੀ ਮਾਇਆ ਮਾਂ ਦੀ ਹੈ, ਜੋ ਬੱਚੇ ਤੇ ਪੈਂਦੀ ਪੈਂਦੀ ਫਿਰ ਮਾਇਆ ਬਣ ਜਾਂਦੀ ਹੈ। ਆਖੋ ਸਤਿਨਾਮ। ਮਾਂ ਤੋਂ ਮਾਇਆ ਕਦੋਂ ਬਣੀ ਹੈ ਨਹੀਂ ਪਤਾ ਲੱਗੇ। ਪਹਿਲਾਂ ਮਾਂ ਦਾ ਚਾਅ ਸੀ ਤੇ ਫਿਰ ਪੈਸਿਆਂ ਦਾ ਪੈਣ ਲੱਗ ਪਿਆ ਚਸਕਾ ਬੱਚਿਆਂ ਨੂੰ। ਮਾਇਆ ਦਾ ਪ੍ਰਭਾਵ ਪੈ ਗਿਆ। ਅੱਜ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਕਹਿੰਦੇ ਵਿਹੜੇ 'ਚ ਸਾਰੇ ਜਣੇ ਬੈਠੇ ਆ। ਖੁਸ਼ੀ ਹੈ ਨਾ ਪਰਿਵਾਰ ਨੂੰ, ਖੁਸ਼ਖਬਰੀ ਪ੍ਰਾਪਤ ਹੋਏਗੀ, ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਆਉਣਾ ਕੀ ਨਹੀਂ ਹੈ। ਕਿਤੇ ਕਿਤੇ ਪਿਤਾ ਜੀ ਨੂੰ ਲੱਗਦਾ ਸੀ ਕੋਈ 24ਵਾਂ ਅਵਤਾਰ ਸਾਡੇ ਘਰੇ ਆਊ, ਕਿਉਂਕਿ ਭਗਤੀ ਵਾਲੀਆਂ ਰੂਹਾਂ ਨੇ, ਉਹ ਸਭ ਕੁਝ ਜਾਣਦੇ ਹਨ। ਧਰਾ ਆਕਾਸ਼ ਵਿਖੇ ਜੋ ਬਾਸੀ, ਮੰਗਲ ਕਰੈ ਸਿਮਰ ਅਬਨਾਸ਼ੀ। ਹੁਣ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਆਕਾਸ਼ ਵਿੱਚੋਂ ਮਿੱਠੀ ਮਿੱਠੀ ਆਵਾਜ਼ ਤੇ ਲਾਲ ਜੇ ਰੰਗ ਦਾ ਆਕਾਸ਼ ਹੋ ਗਿਆ। ਚੰਦਰਮਾ ਚੜ੍ਹੇ, ਜਿਵੇਂ ਕਈ ਵਾਰ ਸੂਰਜ ਡੁੱਬਣ ਵੇਲੇ ਹੁੰਦਾ ਨਾ, ਬੱਦਲ ਲਾਲ ਹੋਏ ਹੁੰਦੇ, ਜਾਂ ਕਿਤੇ ਮੌਸਮ ਬਹੁਤਾ ਖਰਾਬ ਹੋ ਕੇ ਠੀਕ ਹੁੰਦਾ ਹੋਵੇ ਤੇ ਲਾਲੀ ਆ ਜਾਂਦੀ ਹੈ। ਕਹਿੰਦੇ ਅੰਮ੍ਰਿਤ ਵੇਲੇ ਸਹਿਜ ਸੁਭਾਅ ਲੋਕਾਂ ਨੇ ਉੱਠ ਕੇ ਵੇਖਿਆ, ਬੱਦਲਾਂ ਵਿੱਚ ਲਾਲੀ ਹੈ, ਹਵਾ ਚੱਲ ਰਹੀ ਹੈ, ਸ਼ੋਰ ਸੁਣਦਾ, ਸ਼ੋਰ ਜਿਵੇਂ ਕਿਤੇ ਲੜਾਈ ਲੱਗੀ ਹੋਵੇ। ਲੈ ਨਿਜੇ ਹੱਥਨ ਸ਼ੰਖ ਬਜਾਈ, ਜੈ 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 ਮੁਖ ਬਚਨ ਸੁਣਾਈ। ਭਗਤੀ ਵਾਲੇ ਤੇ ਅਸਮਾਨ ਵੱਲ ਵੇਖਦੇ ਆ, ਜਿਹੜੇ ਬੰਦਗੀ ਵਾਲੇ ਸੀ ਨਾ, ਕਹਿੰਦੇ ਅਸਮਾਨ ਵੱਲ ਕੀ ਦਿਸਦਾ? ਦੇਵੀ ਦੇਵਤੇ ਸ਼ੰਖ ਵਜਾ ਰਹੇ ਆ, ਨੱਚ ਰਹੇ ਆ, ਗਾ ਰਹੇ ਆ, ਪਛੜਾਵਾਂ ਖੁਸ਼ੀ ਮਨਾ ਰਹੀਆਂ ਨੇ। ਇਕੱਲੇ ਇੱਕ ਸਵਰਗ ਦੇ ਨਹੀਂ, ਸਵਰਗ ਕੋਈ ਇੱਕ ਨਹੀਂ ਹੈ, ਕਰੋੜਾਂ ਸਵਰਗ ਨੇ, ਕਰੋੜਾਂ ਧਰਤੀਆਂ ਨੇ। 30 ਮਿਲੀਅਨ ਧਰਤੀਆਂ ਦਾ ਜ਼ਿਕਰ ਤੇ ਸਾਡੀ ਅਜੋਕੇ ਸਮੇਂ ਦੀ ਸਾਇੰਸ ਕਰ ਰਹੀ ਹੈ, ਜੋ ਸਾਡੀ ਇਸ ਮਿਲਕੀ ਵੇ ਗਲੈਕਸੀ ਵਿੱਚ ਨੇ। ਪਤਾ ਨਹੀਂ ਕਿੰਨੀਆਂ ਗਲੈਕਸੀਆਂ ਨੇ, ਕਿੰਨੇ ਬ੍ਰਹਿਮੰਡ ਨੇ, ਕਿੰਨੀਆਂ ਆਕਾਸ਼ ਗੰਗਾ ਨੇ, ਕੋਈ ਗਿਣਤੀ ਹੈ ਇਹਨਾਂ ਦੀ। ਕਹਿੰਦੇ ਹਰ ਧਰਤੀ ਤੋਂ ਚੱਲ ਕੇ ਉਹ ਰੂਹਾਂ ਆਈਆਂ, ਅਸਮਾਨ ਵਿੱਚ ਆ ਕੇ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਮਨਾ ਰਹੇ ਨੇ। ਅਮਰਨ ਮਿਲ ਕਰ ਮਲਿਆ ਕਸਾਈ, ਕੂਕਮ ਪੌਨ ਕਨਸਾਰ ਮਿਲਾਈ। ਭਗਤੀ ਵਾਲੀਆਂ ਰੂਹਾਂ, ਦੇਵੀ ਦੇਵਤੇ, ਸਿੱਧ ਮਨੀ ਜਤੀ ਜੋਗੀ ਜਿੰਨੇ ਵੀ ਸੀ, ਉਹਨਾਂ ਨੇ ਅਸਮਾਨ ਵਿੱਚ ਆ ਕੇ ਕਹਿੰਦੇ ਕੇਸਰ ਤੇ ਚੰਦਨ ਰਗੜੇ, ਛਿੜਕਾਅ ਕੀਤਾ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਘਰ ਸੀ ਨਾ, ਗੱਚ ਕਰਤਾ ਖੁਸ਼ਬੂ ਦੇ ਨਾਲ। ਕੱਚੀਆਂ ਕੰਧਾਂ, ਪੱਕੀਆਂ ਕੰਧਾਂ, ਉਹਨਾਂ ਨੇ ਛਿੜਕਾਅ ਹੀ ਕਰਤਾ ਸਾਰੇ ਵਿਹੜੇ ਦੇ ਵਿੱਚ। ਇਹ ਅਲੌਕਿਕ ਰੀਤ ਸੀ, ਅਲੌਕਿਕ। ਸੂਖਸ਼ਮ ਬਿਰਤੀ ਵਾਲਿਆਂ ਨੂੰ ਸਭ ਕੁਝ ਪ੍ਰਤੀਤ ਹੁੰਦਾ ਏ। ਆਲੂ ਕੇ ਮੰਦਰ ਪਰ ਚਰਚੇ ਹੈ, ਮੰਦਰ ਕੁਸਮਾਂਜਲ ਅਰਚ ਹੈ। ਫੁੱਲ ਆ ਕੇ ਡਿੱਗ ਰਹੇ ਆ, ਖੇਤਾਂ 'ਚ ਫੁੱਲ ਡਿੱਗ ਰਹੇ ਆ, ਘਰਾਂ ਦੀਆਂ ਛੱਤਾਂ ਤੇ ਡਿੱਗਦੇ ਆ, ਪਰ ਕਹਿੰਦੇ ਉਹਨਾਂ ਫੁੱਲਾਂ ਨੂੰ ਵੇਖ ਲੋਕ ਡਰ ਗਏ। ਕਹਿੰਦੇ ਇਹ ਲੱਗਦਾ ਕੋਈ ਕਾਲ ਦੀ ਨਿਸ਼ਾਨੀ ਹੈ, ਤੇ ਫੁੱਲ ਧਰਤੀ ਦੇ ਨਹੀਂ, ਕਿੱਥੋਂ ਆ ਰਹੇ ਆ? ਕਹਿੰਦੇ ਉਜੜਾ ਭਰ ਭਰ ਦੇਵਤੇ ਫੁੱਲ ਵਰਸਾ ਰਹੇ ਆ। ਭਾਈ ਬਾਲਾ ਜੀ ਉਸ ਵੇਲੇ ਦਾ ਜ਼ਿਕਰ ਕਰਦੇ ਆ। ਜੇ ਤੁਸੀਂ 33 ਕਰੋੜ ਦੇਵੀ ਦੇਵਤਿਆਂ ਬਾਰੇ ਬਾਣੀ 'ਚ ਪੜ੍ਹਿਆ, ਜੇ ਤੁਸੀਂ ਸ੍ਰਿਸ਼ਟੀ ਦੀ ਉਤਪਤੀ ਤੋਂ ਬਾਅਦ ਸਭ ਕੁਝ ਸੁਣਿਆ ਵੀ 7 ਸਮੁੰਦਰ ਰੜਕੇ ਗਏ, ਬਾਣੀ ਲਿਖ ਰਹੀ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਵੀ ਵੀ ਕਰਦੇ ਆ ਤੇ ਬਾਣੀ ਨੇ ਵੀ ਬੜੀ ਥਾਂ ਕੀਤਾ। ਉਹ ਸਤਿਗੁਰ ਨੇ, ਉਹ ਇਹ ਨਹੀਂ ਵੀ ਇਕੱਲੇ ਸਿੱਖਾਂ ਦੇ ਗੁਰੂ ਨੇ, ਉਹ ਸ੍ਰਿਸ਼ਟੀ ਦੇ ਰਹਿਬਰ ਨੇ। ਗੁਰੂ ਨਾਨਕ ਸਾਹਿਬ ਸ੍ਰਿਸ਼ਟੀ ਕੀ ਹੈ? ਯੂਨੀਵਰਸ। ਇੱਕ ਬ੍ਰਹਿਮੰਡ ਨਹੀਂ, ਕਰੋੜਾਂ ਬ੍ਰਹਿਮੰਡ, ਪਤਾ ਨਹੀਂ ਕਿਹੜੇ ਕਿਹੜੇ ਗ੍ਰਹਿ ਤੇ ਕਿਹੜੀ ਕਿਹੜੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ। ਇਹ ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਨੂੰ ਪੜ੍ਹ ਲਓ, ਜਿਨ੍ਹਾਂ ਨੇ ਬਗਦਾਦ ਦੇ ਪੀਰ ਨੂੰ, ਪੀਰ ਦੇ ਪੁੱਤ ਨੂੰ ਲੱਖਾਂ ਧਰਤੀਆਂ ਤੇ ਬੈਠੀ ਸਤ ਸੰਗਤ ਵਿਖਾਈ। ਕੱਲੀ ਸੰਗਤ ਨਹੀਂ, ਟਾਈਮ ਟਰੈਵਲ ਕੀਤਾ ਗੁਰੂ ਸਾਹਿਬ ਨੇ, ਪਲ ਇੱਕ ਸੈਕਿੰਡ ਦੇ ਵਿੱਚ, ਕਈ ਸਾਲਾਂ ਦਾ ਇੱਕ ਸੈਕਿੰਡ ਕੀਤਾ। ਤੇ ਉੱਥੋਂ ਦਾ ਕੜਾਹ ਪ੍ਰਸ਼ਾਦ ਵੀ ਲਈ ਕੜਾਹੀ ਕੌਲ ਦੀ। ਭਾਈ ਗੁਰਦਾਸ ਦੇ ਬਚਨ ਨੇ, ਕਹਿੰਦੇ ਸੈਂਕੜੇ ਧਰਤੀਆਂ ਦਾ ਕੜਾਹ ਪ੍ਰਸ਼ਾਦ ਬਣਿਆ, ਲਿਆ ਕੇ ਪਿਤਾ ਨੂੰ ਫੜਾਤਾ, ਛਕਿਆ ਤੇ ਛਕਾਇਆ, ਸਭ ਕੁਝ ਦੱਸਿਆ। ਜੇ ਤੇ ਗੁਰੂ ਸਾਹਿਬ ਕਹਿੰਦੇ ਵੀ ਇੰਨੀਆਂ ਕਰੋੜਾਂ ਧਰਤੀਆਂ ਤੇ ਸਾਡੀ ਸਿੱਖ ਕਿਉਂ ਨਿਕਲਣ ਲਾਇਆ, ਮੈਂ ਮਰੀ ਜਾਂਦੇ ਮਰਦ ਕਿਤੇ ਚੱਲਦਾ, ਕਿਉਂਕਿ ਬੰਦਾ ਦੇਖੀ ਚੀਜ਼ ਤੇ ਵਿਸ਼ਵਾਸ ਕਰਨਾ ਜਾਣਦਾ। ਐਸੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਬ੍ਰਹਿਮੰਡ ਦੇ ਵਿੱਚ, ਇਸ ਧਰਤੀ ਤੇ, ਕਿੱਡੇ ਭਾਗਾਂ ਵਾਲੀ ਧਰਤੀ ਹੈ ਜਿੱਥੇ ਸਤਿਗੁਰ ਆਪ ਪ੍ਰਤੱਖ ਰੂਪ 'ਚ ਆ ਰਹੇ ਆ।
ਕਹਿੰਦੇ ਲੱਖਾਂ ਧਰਤੀਆਂ ਦੇ ਦੇਵੀ ਦੇਵਤੇ ਚੱਲ ਕੇ ਆਏ, ਫੁੱਲਾਂ ਦੀ ਬਰਸਾਤ, ਬਿਸਮਾਤ ਪਿਆਰ ਦੇ ਗੀਤ ਗਾਉਂਦੇ ਨੇ। ਕਾਇਨ ਸੇਵਿੰਗ ਮਨ ਕੋ ਲੀਨਾ, ਭਈ ਪਰਸੂਤਾ ਅਤ ਸੁਖ ਲੀਨਾ। ਕਹਿੰਦੇ ਮਾਤਾ ਜੀ ਪ੍ਰਸੂਤਾ ਪੀੜਾ ਤੋਂ ਬਾਅਦ ਖੁਸ਼ ਹੋ ਗਏ, ਕਿਉਂਕਿ ਮਾਂ ਕੋਈ ਵੀ ਹੋਵੇ, ਲੱਖ ਦਰਦ ਹੋਵੇ, ਕਿੰਨੇ ਡੈਸਾਬਾਈਟ ਦਾ ਦਰਦ ਹੁੰਦਾ ਹੈ ਅੱਜ ਦੀ ਸਾਇੰਸ ਵੀ ਲਿਖਦੀ ਹੈ। ਜਿਵੇਂ 206 ਹੱਡੀਆਂ ਸਰੀਰ ਦੀਆਂ ਟੁੱਟਦੀਆਂ ਨਾ ਇੱਕਦਮ, ਇੰਨਾ ਦਰਦ ਮਾਂ ਬੱਚੇ ਨੂੰ ਜਨਮ ਦੇਣ ਵੇਲੇ ਮਹਿਸੂਸ ਕਰਦੀ ਹੈ, ਇੰਨਾ ਦਰਦ ਝੱਲ ਲੈਂਦੀ ਉਹ। ਪਰ ਉਹ ਦਰਦ ਝੱਲਣ ਤੋਂ ਬਾਅਦ ਨਾ, ਜਦ ਪੁੱਤ ਗੋਦ ਵਿੱਚ ਆਉਂਦਾ ਹੈ, ਉਹਦੇ ਵਰਗਾ ਸੁੱਖ ਵੀ ਦੁਨੀਆ ਤੇ ਕੋਈ ਨਹੀਂ। ਆਖੋ ਸਤਿਨਾਮ। ਭੁੱਲ ਜਾਂਦੀ ਸਾਰੇ ਦਰਦ ਤੇ ਦੁੱਖ। ਕਹਿੰਦੇ ਉਹ ਜਿਹੜੀਆਂ ਦਾਈਆਂ ਸੋਚ ਕੇ ਆਈਆਂ ਸੀ ਵੀ ਮਾਤਾ ਜੀ ਕੋਲੋਂ ਮੂੰਹ ਮੰਗਿਆ ਧਨ ਮੰਗਾਂਗੀਆਂ, ਦੌਲਤ ਮੰਗਾਂਗੀਆਂ, ਕਹਿੰਦੇ ਜਦ ਗੁਰੂ ਨਾਨਕ ਸਾਹਿਬ ਦੀ ਜੋਤ ਉਸ ਕਮਰੇ ਵਿੱਚ ਪ੍ਰਵੇਸ਼ ਹੋਈ, ਜੋਤ ਆਈ ਹੈ ਨਾ, ਤੇ ਕਹਿੰਦੇ ਸਭ ਦੇ ਮਨ ਪਵਿੱਤਰ ਹੋ ਗਏ, ਭੁੱਲ ਗਈਆਂ ਮਾਇਆ, ਭੁੱਲ ਗਏ ਪਦਾਰਥ। ਕੁਛ ਦੇਰ ਬਾਅਦ, ਕੁਝ ਸੈਕਿੰਡ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਿਆ। ਆਖੋ ਸਤਿਨਾਮ। ਮਾਤਾ ਤ੍ਰਿਪਤਾ ਜੀ ਬੜੇ ਪ੍ਰਸੰਨ, ਇੱਕ ਵੀ ਅਥਰੂ ਅੱਖ ਵਿੱਚੋਂ ਨਹੀਂ ਸੀ, ਬੜੇ ਖੁਸ਼ ਹੋਏ ਨੇ। ਅਸ਼ਟ ਦੀਪਾ ਦੀਪਤ ਗ੍ਰਹਿ ਜਾਨੋ, ਸਭ ਘਟ ਗਈ ਬਾਲ ਰਬ ਮਾਨੋ। ਇੱਥੋਂ ਤੱਕ ਪ੍ਰਮਾਣ ਭਾਈ ਬਾਲਾ ਜੀ ਨੇ ਦਿੱਤਾ ਏ। ਕਹਿੰਦੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਨ ਕੀਤਾ, ਉਸ ਕਮਰੇ ਦੇ ਵਿੱਚ 8 ਮੂੰਹਾਂ ਵਾਲਾ ਦੀਵਾ ਬਲਦਾ ਸੀ। 4 ਮੂੰਹਾਂ ਵਾਲੇ ਨੂੰ ਚਿਰਾਗ ਕਹਿੰਦੇ ਆ, ਤੇ 8 ਮੂੰਹਾਂ ਵਾਲੇ ਨੂੰ ਅਸ਼ਟਾ ਤੇ ਅਸ਼ਟਪਦਾ ਕਹਿੰਦੇ ਆ। ਸ਼ਾਇਦ ਕਿਸੇ ਨੂੰ ਨਹੀਂ ਪਤਾ। ਚਿਰਾਗ ਨੂੰ ਤੇ ਸਾਰੇ ਜਾਣਦੇ, ਕਿਉਂਕਿ ਇਹ ਧੱਕੇ ਧੁੱਕੇ ਚੜ੍ਹਦੇ ਰਹਿੰਦੇ ਲੋਕ ਪੀਰਾਂ ਫਕੀਰਾਂ, ਵੀ ਉੱਥੇ ਚਿਰਾਗ ਬਾਲਣਾ, ਇੱਥੇ ਬਾਲਣਾ। 8 ਮੂੰਹਾਂ ਵਾਲਾ ਦੀਵਾ ਕਿਹਨਾਂ ਦੇ ਘਰ ਵੜਦਾ ਸੀ? ਵੱਡਿਆਂ ਲੋਕਾਂ ਦੇ, ਜਾਂ ਰਾਜਿਆਂ ਦੇ ਰਾਜ ਮਹਿਲਾਂ ਦੇ ਵਿੱਚ, ਜਾਂ ਮਸਾਲਾ, ਜਾਂ 8 ਮੂੰਹੇ ਦੀਵੇ, 4 ਮੂੰਹਾਂ ਤੇ ਹਰ ਕੋਈ ਬਾਲੀ ਫਿਰਦਾ ਹੁੰਦਾ ਸੀ। ਸੈਂਟਰ 'ਚ ਰੱਖ ਦੇਣਾ, ਚਾਰੇ ਤਰਫਾਂ ਤੋਂ ਰੌਸ਼ਨੀ ਹੋਣੀ, ਕਿਉਂਕਿ ਜੇ ਇੱਕ ਦੀਵਾ ਬਾਲੋਗੇ ਤੇ ਹਨੇਰਾ ਰਹਿੰਦਾ, ਜਦੋਂ 4 ਵਲ ਗਏ ਹੋਰ ਚਾਨਣਾ, 8 ਵਲ ਗਏ ਥੱਲੇ ਵਾਲਾ ਚਾਨਣਾ ਵੀ ਖਤਮ। ਹੁਣ 8 ਮੂੰਹਾਂ ਦੀਵਾ ਜਗਦਾ ਸੀ। ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਜਿਸ ਵੇਲੇ ਹੋਇਆ ਨਾ, ਇਸ ਧਰਤੀ ਤੇ ਰਾਏ ਭੋਏ ਦੀ ਤਲਵੰਡੀ ਪਿਤਾ ਕਲਿਆਣ ਚੰਦ ਦੇ ਘਰ ਵਿੱਚ, ਕਹਿੰਦੇ 8 ਮੂੰਹੇ ਦੀਵੇ ਦੀ ਲੋ ਸਤਿਗੁਰਾਂ ਦੇ ਚਾਨਣ ਨਾਲ ਧੁੰਦਲੀ ਹੋ ਗਈ। ਆਖੋ ਸਤਿਨਾਮ। ਜਿਵੇਂ ਸੂਰਜ ਚੜਿਆ ਹੋਵੇ ਤੇ ਚੰਦਰਮਾ ਦਿਸਦਾ ਨਹੀਂ ਨਾ, ਇਹ ਕਿੱਦਾਂ ਪਤਾ ਲੱਗਿਆ? ਸਭ ਕੁਝ ਦਾਈ ਦੌਲਤਾਂ ਨੇ ਬਿਆਨ ਕਰਨੇ। ਦਾਈਆਂ ਝੂਠ ਥੋੜਾ ਬੋਲੇਗੀ। ਉਹਦੇ ਹੱਥਾਂ 'ਚ ਲੱਖਾਂ ਸੈਂਕੜੇ ਹਜ਼ਾਰਾਂ ਬੱਚਿਆਂ ਦਾ ਜਨਮ ਹੋਇਆ। ਜਿਸ ਵੇਲੇ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋ ਗਿਆ, ਸਭ ਤੋਂ ਪਹਿਲਾਂ ਦਾਈ ਨੇ ਆਪਣੀ ਗੋਦ ਵਿੱਚ ਚੁੱਕਿਆ। ਚਾਨਣ ਹੀ ਚਾਨਣ ਵਿਹੜੇ ਵਿੱਚ, ਖੁਸ਼ਬੂ ਆ ਰਹੀ ਚਾਰੇ ਪਾਸੇ। ਗੁਰੂ ਨਾਨਕ ਸਾਹਿਬ ਮਹਾਰਾਜ ਰੋਏ ਨਹੀਂ। ਉਹ ਦੁਨੀਆ ਦਾ ਕਿਹੜਾ ਬੱਚਾ ਹੈ ਜੀ ਜਿਹੜਾ ਜੰਮਣ ਵੇਲੇ ਚੀਕਾਂ ਨਹੀਂ ਮਾਰਦਾ, ਰੋਂਦਾ ਨਹੀਂ ਹੈ? ਤੇ ਸਾਡੀ ਸਾਇੰਸ ਮੈਡੀਕਲ ਪਤਾ ਕੀ ਕਹਿੰਦੀ ਹੈ ਵੀ ਜੇ ਬੱਚਾ ਰੋਂਦਾ ਨਹੀਂ ਤੇ ਤੰਦਰੁਸਤ ਨਹੀਂ, ਕਹਿੰਦੇ ਆ ਨਾ ਡਾਕਟਰ। ਤੇ ਉਹ ਫਿਰ ਚੂੰਡੀਆਂ ਵੱਡ ਵੱਡ ਪਿੰਚ ਕਰ ਕਰ ਰਵਾ ਕੇ ਵੇਖਦੇ ਆ, ਉਹਨੂੰ ਮਾੜਾ ਮੋਟਾ ਹਿਲਾ ਕੇ ਵੇਖਦੇ, ਜੇ ਰੋਏ ਵੀ ਜੇ ਰੋਊਗਾ ਤੇ ਤੰਦਰੁਸਤ ਹੋਊਗਾ। ਇਹ ਅੱਜ ਦੀ ਮਿਥੋਲੋਜੀ ਹੈ, ਸਾਇੰਸ ਦੀ ਵੀ ਮਿਥੋਲੋਜੀ ਹੈ। ਜ਼ਰੂਰੀ ਨਹੀਂ ਹੁੰਦਾ ਵੀ ਜੇ ਕੋਈ ਜੰਮਣ ਵੇਲੇ ਰੋਵੇ ਤੇ ਉਹ ਖੁਸ਼ ਰਹੂਗਾ। ਗੁਰੂ ਨਾਨਕ ਸਾਹਿਬ ਤੇ ਰੋਏ ਨਹੀਂ, ਰੋਏ ਨਹੀਂ ਭਾਈ। ਪਰ ਡਾਕਟਰ ਕਹਿੰਦੇ ਆ ਵੀ ਰੋਣ ਵਾਲਾ ਬੱਚਾ ਸਿਹਤਮੰਦ ਹੈ, ਨਹੀਂ ਰੋਂਦਾ ਰਵਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ। ਇੱਕ ਤੇ ਮਾਨਵਤਾ ਕਰਕੇ ਚਾਨਣ ਹੋ ਗਿਆ, ਦੂਜਾ ਕਹਿੰਦੇ ਉਸ ਰੂਮ ਦੇ ਵਿੱਚ, ਕਮਰੇ ਦੇ ਵਿੱਚ ਐਸਾ ਪ੍ਰਕਾਸ਼ ਹੋਇਆ ਇੱਕ ਵਾਰ ਤੇ ਉਸ ਪ੍ਰਕਾਸ਼ ਨੇ ਅੱਖਾਂ ਨੂੰ ਮੱਧਮ ਕਰ ਦਿੱਤਾ ਏ। ਤਿਪਤ ਤੇਜ ਜਿਹੇ ਕਾਂਤ ਅਨੂਪਾ, ਬਿਸਮੈ ਢਾਏ ਹੀਰ ਸਿਸ ਰੂਪਾ। ਕਹਿੰਦੇ ਜਦੋਂ ਬੱਚੇ ਦਾ ਰੂਪ ਵੇਖਿਆ ਨਾ, ਖੁਸ਼ੀ ਦੀ ਲਹਿਰ ਜਾਗ ਪਈ ਤੇ ਬਾਹਰ ਆਵਾਜ਼ ਆਈ, ਪੁੱਤਰ ਹੋਇਆ। ਕਲਿਆਣ ਚੰਦ ਬੜੇ ਖੁਸ਼ ਹੋਏ, ਬੜੇ ਖੁਸ਼। ਧਰਤੀ ਤੇ ਪੈਰ ਨਹੀਂ ਲੱਗਦੇ, ਕਿਉਂਕਿ ਕਿਤੇ ਨਾ ਕਿਤੇ ਅਹਿਸਾਸ ਸੀ ਘਰ ਦੇ ਵਿੱਚ ਕੋਈ ਅਵਤਾਰੀ ਪੁਰਸ਼ ਆਏਗਾ। ਬੜੇ ਮਿਲਦੇ ਸੀ ਸਾਧੂ ਮਹਾਤਮਾ, ਕਹਿ ਜਾਂਦੇ ਸੀ ਕਲਿਆਣ ਚੰਦ ਭਾਗਾ ਵਾਲਾ ਤੇਰੇ ਘਰ ਰੱਬ ਆਊ। ਕਹਿੰਦੇ ਜਾ ਓਏ ਗੱਲਾਂ ਮਾਰਦਾ, ਕਹਿ ਜਾਂਦੇ ਸੀ ਲੋਕਾਂ ਨੂੰ, ਗਰਮ ਸੁਭਾਅ ਸੀ ਦਾ। ਪਰ ਕਿਤੇ ਨਾ ਕਿਤੇ ਉਹ ਗੱਲਾਂ ਸੱਚ ਪ੍ਰਤੀਤ ਹੋਣ ਲੱਗੀਆਂ ਵੀ ਸੱਚਮੁੱਚ ਸਾਡੇ ਵਿਹੜੇ ਪਰਮੇਸ਼ਰ ਨੇ ਆਪ ਆਉਣਾ ਏ।
ਜਨਮਤ ਮਿਰਦੁਲ ਬਾਲ ਮੁਸਕਾਈ, ਸਗਨ ਕੁਸਗਨ ਨਾ ਜਾਣਿਓ ਜਾਏ। ਪਰ ਹੋਇਆ ਕਿ ਬੱਚੇ ਦੇ ਜਨਮ ਤੋਂ ਬਾਅਦ ਇੱਥੇ ਬੱਚਾ ਸ਼ਬਦ ਸਿਰਫ ਸੰਸਾਰੀ ਤੌਰ ਤੇ ਵਰਤਿਆ ਜਾ ਸਕਦਾ, ਰੱਬ ਬੱਚਾ ਨਹੀਂ ਹੁੰਦਾ। ਉੱਤੇ ਬਾਲ, ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ ਇਹਨਾਂ ਤੋਂ ਉੱਚਾ ਹੈ। ਕਹਿੰਦੇ ਕਮਰੇ ਦੇ ਵਿੱਚ ਹੱਸਣ ਦੀ ਆਵਾਜ਼ ਆਈ, ਹੱਸਣ ਦੀ, ਜਿਵੇਂ ਬਹੁਤ ਉੱਚੀ ਹੱਸਣਾ ਕੋਈ। ਜਦੋਂ ਇਹ ਆਵਾਜ਼ ਸੁਣੀ ਨਾ ਦਾਈ ਦੌਲਤਾਂ ਡਰ ਗਈ ਸੀ। ਉਹ ਡਰੀ ਹੈ, ਕਦੇ ਹੋਇਆ ਏਦਾਂ? ਸੁਣਿਆ ਕਿਸੇ ਨੇ ਕੋਈ ਬੱਚਾ ਜਨਮ ਲੈਣ ਲੱਗੇ ਹੱਸਿਆ ਹੋਵੇ? ਰੋਂਦੇ ਨੂੰ ਤੇ ਸਾਰੇ ਸੁਣਦੇ ਆ, ਹਰੇਕ ਹੀ ਜਾਣਦਾ ਹੈ, ਕਿਉਂਕਿ ਥਿਊਰੀ ਆ ਜ਼ਮਾਨੇ ਦੀ। ਜਿਸ ਵੇਲੇ ਉਸ ਬੱਚੇ ਦਾ ਅਵਤਾਰ ਹੋਇਆ, ਕਹਿੰਦੀ ਉਸ ਬੱਚੇ ਦੀ ਆਵਾਜ਼ ਬਹੁਤ ਜ਼ਿਆਦਾ ਸੀ। ਮੈਂ ਫਿਰ ਬੇਨਤੀ ਕਰਾਂ, ਇੱਥੇ ਬੱਚਾ ਸ਼ਬਦ ਸਿਰਫ ਫਿਜ਼ੀਕਲ ਬੋਡੀ ਲਈ ਵਰਤਿਆ ਗਿਆ। ਰੱਬ ਇਹਨਾਂ ਚੀਜ਼ਾਂ ਤੋਂ ਬਾਹਰ ਹੈ। ਰੱਬ ਜੰਮਦਾ ਮਰਦਾ ਵੀ ਨਹੀਂ ਹੈ। ਇਹ ਨਿਰੰਕਾਰ ਦਾ ਅਵਤਾਰ ਪਰਮੇਸ਼ਰ ਦਾ ਹੋਇਆ। ਰੱਬ ਆਪ ਆਏ, ਪ੍ਰਭੂ ਆਪ ਆਏ। ਜਿਸ ਵੇਲੇ ਅਵਤਾਰ ਹੋਇਆ, ਹੱਸਣ ਦੀ ਆਵਾਜ਼ ਵਿਹੜੇ ਵਿੱਚ ਸੁਣੀ ਗਈ ਹੈ। ਅਨਤ ਬਾਲ ਜਨਮਤ ਸਭ ਰੋਤੇ, ਬਿਗਸਤ ਜਿਵ ਆਨੰਦ ਹੋਤੇ। ਇਹਦੇ ਹਾਸਾ ਇਦਾਂ ਦਾ ਸੀ ਜਿਵੇਂ ਕੋਈ ਬਹੁਤ ਖੁਸ਼ੀ ਵਿੱਚ ਹੱਸਿਆ ਹੋਵੇ। ਹੱਸਣ ਵਾਲਾ ਕੌਣ ਸੀ? ਨਿਰੰਕਾਰ ਸੀ, ਪਰਮਾਤਮਾ ਸੀ। ਉਹ ਆਵਾਜ਼ ਕਿਹਦੀ ਸੀ? ਹੁਣ ਛੋਟਾ ਜਿਹਾ ਬੱਚਾ, ਛੋਟੀ ਜਿਹੀ ਜ਼ੁਬਾਨ ਹੈ, ਉਹਦਾ ਹਾਸਾ ਏਡਾ ਵੱਡਾ ਕਿਵੇਂ ਹੋਏਗਾ? ਪਹਿਲਾਂ ਕਿਹਾ ਵੀ ਨਿਰੰਕਾਰ ਅਕਾਲ ਕਾਲ ਤੋਂ ਰਹਿਤ ਹੈ। ਉਹ ਇਹਨਾਂ ਚੀਜ਼ਾਂ 'ਚ ਬੰਨਿਆ ਨਹੀਂ ਹੋਇਆ। ਜਦੋਂ ਆਵਾਜ਼ ਆਈ ਉਸੇ ਮੁਖ ਦੇ ਵਿੱਚੋਂ ਆ, ਤੇ ਹਾਸਾ ਏਦਾਂ ਸੀ ਜਿਵੇਂ ਸੈਂਕੜੇ ਬੱਚੇ ਹੱਸਦੇ ਹੋਣ। ਕਹਿੰਦੇ ਹਾਸਾ ਸੀ। ਹਾਸਾ ਕਿਹਦਾ ਸੀ? ਜਦ ਸਤਿਗੁਰੂ ਗੁਰੂ ਨਾਨਕ ਸਾਹਿਬ ਹੱਸੇ ਨਾ, ਸੈਂਕੜੇ ਲੱਖਾਂ ਦੇਵੀ ਦੇਵਤੇ ਖੁਸ਼ੀ 'ਚ ਹੱਸੇ ਨੇ। ਆਖੋ ਸਤਿਨਾਮ। ਹੜ ਹੜਾਉਣ ਦੀ ਆਵਾਜ਼ ਪਰਿਵਾਰ ਨੇ ਸੁਣੀ ਹੈ, ਵਿਹੜੇ ਵਿੱਚ ਸੁਣੀ ਗਈ ਹੈ, ਬੜੀ ਦੂਰ ਤੱਕ ਇਹ ਆਵਾਜ਼ ਸੁਣਾਈ ਦਿੱਤੀ ਹੈ। ਅਲਪ ਬੁੱਧ ਕਿਉਂ ਧਾਈ ਲਖਾਹੀ, ਜਨਮ ਮਰਨ ਇਸ ਪੀਰਾ ਨਾਹੀ। ਇਸ ਸਮੇਂ ਤੋਂ ਬਾਅਦ ਜਿਹੜੀ ਦਾਈ ਦੌਲਤਾਂ ਸੀ ਨਾ, ਸੀਨੀਅਰ, ਜਿਵੇਂ ਇੱਕ ਡਾਕਟਰ ਦੇ ਨਾਲ ਕਿੰਨੇ ਉਹਦੇ ਅਸਿਸਟੈਂਟ ਹੁੰਦੇ ਆ, ਕੰਪਿਊਟਰ ਕੋਲੇ ਵਰਦੇ ਹੁੰਦੇ ਆ। ਡਾਕਟਰ ਤੇ ਕਦੇ ਰਾਉਂਡ ਤੇ ਆਉਂਦਾ ਹੈ, ਸਮਾਂ ਬੰਨਿਆ ਹੁੰਦਾ, ਅੱਗੋਂ ਪਿੱਛੇ ਤੇ ਮੇਰੇ ਵਰਗੇ ਟੀਕੇ ਕੱਢੀ ਜਾਂਦੇ ਪਾਣੀ ਤੇ। ਹੁਣ ਜਿਸ ਵੇਲੇ ਦਾਈ ਦੌਲਤਾਂ ਨੇ ਵੇਖਿਆ, ਉਹਦੇ ਨਾਲ ਜਿਹੜੀਆਂ 3 ਤੋਂ 4 ਦਾਈਆਂ ਸੀ ਛੋਟੀਆਂ, ਕਿਉਂਕਿ ਅੱਗੇ ਦਾਈ ਡਾਕਟਰਾਂ ਤੋਂ ਘੱਟ ਨਹੀਂ ਸੀ ਹੁੰਦੀ। ਜਿਵੇਂ ਅੱਜ ਕੱਲ੍ਹ ਗਾਇਨੀ ਦੇ ਡਾਕਟਰ ਆ ਨਾ, ਸਪੈਸ਼ਲਿਸਟ, ਉਹਨਾਂ ਸਮਿਆਂ ਵਿੱਚ ਦਾਈਆਂ ਔਰਤਾਂ ਦੀਆਂ ਡਾਕਟਰ ਸਨ, ਵੈਦ ਸਨ। ਹਰ ਚੀਜ਼ ਦਾ, ਹਰ ਰੋਗ ਦਾ ਉਹਨਾਂ ਕੋਲ ਨਿਵਾਰਨ ਹੁੰਦਾ ਸੀ। ਦਾਈ ਦੌਲਤਾਂ ਅਚਰਜ ਹੋ ਗਈ, ਹੈਰਾਨ ਵੀ ਸੈਂਕੜੇ ਬੱਚਿਆਂ ਨੇ ਮੇਰੇ ਹੱਥਾਂ 'ਚ ਜਨਮ ਲਿਆ। ਨਾਲ ਦੀਆਂ ਨੂੰ ਕਹਿੰਦੀ ਆਹ ਬੱਚਾ ਮੈਨੂੰ ਕੁਝ ਖਾਸ ਲੱਗਦਾ ਹੈ। ਮੈਨੂੰ ਇਸ ਬੱਚੇ ਦੀ ਸਮਝ ਨਹੀਂ ਆਈ। ਕਹਿੰਦੇ ਉਹ ਖੁਸ਼ੀ ਦੇ ਵਿੱਚ ਰੋ ਪਈ ਦਾਈ ਦੌਲਤਾਂ। ਹੁਣ ਜਿਹੜੀ ਗੱਲ ਤੁਹਾਡੇ ਨਾਲ ਕਦੇ ਨਹੀਂ ਹੋਈ, ਘਟਨਾ ਘਟ ਗਈ ਹੈ, ਪਰ ਹੈ ਖੁਸ਼ੀ ਵਾਲੀ ਹੈ, ਤੇ ਫਿਰ ਬੰਦਾ ਬੜਾ ਰੋਂਦਾ, ਯਾਰ ਵੀ ਇਹ ਕਿੱਦਾਂ ਹੋ ਗਿਆ ਮੇਰੇ ਨਾਲ। ਬੜਾ ਖੁਸ਼ ਹੁੰਦਾ। ਦਾਈ ਦੌਲਤਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਵੀ ਛੋਟਾ ਜਿਹਾ ਬੱਚਾ, ਐਡੀ ਉੱਚੀ ਹੱਸਣ ਦੀ ਆਵਾਜ਼ ਹੈ। ਹੁਣ ਉਹਨਾਂ ਦੀ ਨੌਲੇਜ ਦੇ ਵਿੱਚ ਕਦੇ ਵੀ ਨਹੀਂ ਹੋਇਆ, ਕਦੇ ਵੀ ਨਹੀਂ ਹੋਇਆ। ਜੰਮਦਾ ਬੱਚਾ ਰੋਂਦਾ ਸੁਣਿਆ, ਹੱਸਦਾ ਕਿਸੇ ਨੇ ਨਹੀਂ ਵੇਖਿਆ। ਅੱਜ ਕਿਸੇ ਹਸਪੀਟਲ 'ਚ ਬੱਚੇ ਦੀ ਡਿਲੀਵਰੀ ਹੋਵੇ, ਜਨਮ ਹੋਵੇ, ਤੇ ਇੱਕ ਵਾਰ ਉਹ ਹੱਸ ਪਏ ਤੇ ਡਾਕਟਰ ਹੈਰਾਨ ਹੋ ਜਾਣਗੇ ਵੀ ਆਹ ਤੇ ਨਵੀਂ ਗੱਲ ਹੈ। ਦਾਈ ਦੌਲਤਾਂ ਅਚਰਜਤਾ ਨਾਲ ਆਪਣੀਆਂ ਸਹੇਲੀਆਂ ਨੂੰ, ਸਾਥਣਾਂ ਨੂੰ, ਮਦਦਗਾਰਾਂ ਨੂੰ ਪੁੱਛਦੀ, ਕਹਿੰਦੀ ਮੈਨੂੰ ਕੁਝ ਖਾਸ ਲੱਗਦਾ ਹੈ। ਇਹ ਬੱਚੇ ਵਰਗਾ ਬੱਚਾ ਮੈਂ ਨਹੀਂ ਕਦੇ ਵੇਖਿਆ। ਚਿਹਰੇ ਤੇ ਲਾਲੀ ਹੈ, ਚਿਹਰੇ ਤੇ ਨੂਰ ਹੈ, ਪਰ ਇਹ ਬੱਚਾ ਅਵਤਾਰ ਲੈਣ ਲੱਗੇ ਖਿੜਖੜਾ ਕੇ ਹੱਸਿਆ। ਜਿੰਨੇ ਬੱਚੇ ਜੰਮੇ ਨੇ ਸਭ ਕਰਮਾਂ ਨੂੰ ਰੋਂਦੇ ਨੇ। ਦਾਸੀ ਦੋਰ ਦਈ ਸੁਧ ਕਾਲੋ, ਲਿਹੋ ਵਧਾਈ ਆਨੰਦ ਵਿਸਾਲੋ। ਜਿਸ ਵੇਲੇ ਮਾਤਾ ਤ੍ਰਿਪਤਾ ਦੀ ਗੋਦ ਵਿੱਚ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਨਾ, ਦਾਈ ਦੌਲਤਾਂ ਨੂੰ ਸਮਝ ਆ ਗਈ ਇਹ ਕੋਈ ਆਮ ਨਹੀਂ ਹੈ। ਚਰਨਾਂ ਵਿੱਚ ਪਦਮ ਦਾ ਨਿਸ਼ਾਨ ਹੈ ਗੁਰੂ ਨਾਨਕ ਸਾਹਿਬ ਜੀ ਦੇ, ਗੁਲਾਬੀ ਚਰਨ। ਕਹਿੰਦੇ ਉਸ ਭਾਗਾਂ ਵਾਲੀ ਦੀ ਸੁਰਤ ਜਾਗੀ, ਉਹਨੇ ਛੋਟੇ ਛੋਟੇ ਚਰਨਾਂ ਨੂੰ ਮੱਥੇ ਨਾਲ ਛੁਹਾ ਲਿਆ। ਆਖੋ ਸਤਿਨਾਮ। ਕਿੱਡੇ ਵੱਡੇ ਭਾਗ ਹੋਣੇ, ਉਹ ਕਿੱਡੀ ਭਗਤੀ ਉਸ ਦੌਲਤਾਂ ਦੀ ਹੋਣੀ।
उस दाई दी होनी जिन्हें ये सब कुछ अपनी अखी वेखिया, उस निरंकार नूं वेखिया। दाई दौलत दौड़ के बाहर आई जिथे कल्याण चंद जी बैठे सी, लाल चंद जी बैठे सी, बेड़े विच खुशी दा आलम ते पहले ही सी। आखन लगी कल्याण चंद जी मुबारकां होण। वो अगे नहीं सी पुछदे की होया पुराने समय च, अजकल तो लोग पहले तुरे फिरदे आ, पता करो जी मुंडा जा कुड़ी, कल जुगा ना जी। फिर उदों नहीं सी लोग पुछदे, दाई ने आके दसना है पुत है या धी है। अगों मर्द भी सवाल नहीं सी करते। कल्याण चंद बड़े खुश होए, अखां भर आईयां हंझुआं नाल, आखन लगे तुहाडे वेड़े रब आया, आखो सतनाम। ये शब्दावली सी उस भगतनी दी। इन्ना गहरा है कोई जिन्हों एडी समझ आ जावे। कांत मन पातात तुम्हारे, मंगल करो बिद प्रकार। ते कल्याण चंद एकदम पलंगे तो उठे, दाई दौलतां कहन लगी, खुश होके हस के अखां चों हंझू आई। आखन लगी कल्याण चंद जी परमात्मा ने पुत्र दी दात दित्ती ते पुत भी ऐसा मैं जिंदगी विच कदे नहीं वेखिया। आखो सतनाम। किन्ने बच्चियां दा जन्म ओहदे हत्थां 'च होया ते फिर ओहदी गल 'च किन्ना दम है। वो कहदी खुशियां मनाओ, खीवी हो, भावें दुनिया नूं सब कुछ दान कर दिओ, मैनूं लगदा रब तुहाडे वेड़े आ। सच्ची जदों कल्याण चंद ने सुनिया होना की बीतिया होना, किन्नी खुशी होनी। कहंदे ओ खुशी दे विच खीवे हो गए, इन्ना चाह चढ़ गया, दोनों हाथ जोड़ आसमान वाल वेख शुक्र कीता परमात्मा। गुरु नानक साहब दा अवतार होया। माता त्रिपता अपने पुत्र नूं गोद विच लैके ओनूं लाड़ लड़ाउंदे ने। सुत उपजन के सुन कर बैना, मनो जगत सुख प्राप्त ऐना। पिता कल्याण चंद दा पहला बोल सी, कहंदे मैनूं अज लगदा है मैं दुनिया लुट लई। आखो सतनाम। मैं बादशाह हो गया दुनिया दा। खुशी सी ते होवे भी क्यों ना, जिहदा पुत सृष्टि दा मालिक होवे ते ओह पिता भी बादशाह तो छोटा नहीं। शहनशाही है। दोने भरा गल मिले, खुशी सी घर दे विच। बड़े लोग बैठे आ, कहंदे खुशी है नहीं। कल्याण चंद जी ने रौला पाता, कहंदे रब दीयां रहमतां हो गईयां, खुशी हो गई, किरपा हो गई। किते ना किते साधु महापुरखां तो सुनिया होया सी भी तेरे घर किसे आम ने नहीं आउणा, कोई भगत आऊ रब दा प्यारा। इदां कह जांदे सी साधु। ते हुण कोशिश करदे भी दर्शन हो जाण, पर अदे दर्शन नहीं होणगे। पुराने समय दे कुछ रीति रिवाज सन भी पिता नूं दर्शन बाद विचों कराए जाणगे। अज भी कुछ घंटियां बाद पिता नूं पच्चा विखाया जाता है। उस समय नहीं, क्योंकि कुछ उस वेले दीयां प्रक्रियावां हुंदियां ने। दाई दौलतां ये आवाज दे के खुशी दा मैसेज दे के उसे कमरे च वापस आ गए। कहंदे गुरु नानक साहब महाराज छोटे जी आकार विच स्वरूप विच हन, हसदे आ, मुस्कुराउंदे आ, दाई दौलतां वल हल्कियां हल्कियां अखां नाल वेखदे आ। सच्ची मैनूं ते बड़ी हैरानी हो, किड्डे वड्डे भाग होणे जिन्हों रब वेख रहा, अखां भर भर वेखदा है। कहंदे हाथ जोड़ के कोल खड़ी है, माता जी नूं बार बार कहंदे माता जी मुबारकां मुबारकां। माता त्रिपता दी अखां छलक पईयां, खुशी दे हंझू माता दे नेत्रां विचों आए ने। जन्म रंक जिਉ सदन सताना, आन लाग्यो त्यों और घर खाना। ते माता जी दा पहला वचन पता की सी दाई दौलतां नूं? कहंदे दाईए नी भैणे मेरी, मैनूं लगदा साडे गरीबां दे विहड़े अज रब आया है। आखो सतनाम। उस रब दी शोह है, जिन्हें जिन्हें हाथ लाया, जिहड़ा उहदे कोले खड़ा उहनूं नहीं पता। सृष्टि बनाउण वाला, सृष्टि चलाउण वाला, जिहड़ा करोड़ां मीलां तो अरदासां सुण लैंदा है, कोई ਉਹਦੇ ਕੋਲ ਬੈਠਣ ਵਾਲਿਆਂ ਦਾ ਸਮਾਂ ਕਿਹੋ ਜਿਹਾ ਹੋਣਾ, ਸੋ ਇੱਧਰ ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ 'ਚ ਇਹਨਾਂ ਪ੍ਰਸੰਗਾਂ ਦਾ ਆਨੰਦ ਮਾਣਦੇ ਜਾਵਾਂਗੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ